हाँ जी दोस्तों, सत श्री अकाल जी। मैं रमनदीप ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ ਐਂਡ ਮਾਸਟਰਕਾਰਡ ਐਂਡ ਐਨਟੀਟੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਕੁਝ ਦਿਨਾਂ ਤੱਕ ਜਿਹੜੀਆਂ ਲਾਈਵ ਕਲਾਸਿਸ ਵੀ ਉਹ ਸ਼ੁਰੂ ਹੋ ਜਾਣਗੀਆਂ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨੰਬਰ ਸੀਰੀਜ਼ ਜੋ ਕਿ ਰੀਜ਼ਨਿੰਗ ਦੇ ਨਾਲ ਸੰਬੰਧਿਤ ਹੈ, ਸੋ ਉਸ ਨੂੰ ਡਿਸਕਸ ਕਰਾਂਗੇ। ਸੋ 20 ਜਿਹੜੇ ਕੁਐਸਚਨ ਰਹਿਣਗੇ। ਸੋ ਪਾਰਟ ਨੰਬਰ ਜਿਹੜਾ ਉਹ ਫਸਟ ਹੈ। ਸੋ ਸਪੈਸ਼ਲੀ ਜਿਹੜਾ ਮੈਂਸ਼ਨ ਉਹ ਐਨਟੀਟੀ ਐਗਜ਼ਾਮ ਹੈ, ਬਟ ਤੁਸੀਂ ਰੀਜ਼ਨਿੰਗ ਦੇ ਲਈ ਤੁਸੀਂ ਕਿਸੇ ਵੀ ਐਗਜ਼ਾਮ ਦੇ ਲਈ ਇਸਨੂੰ ਯੂਜ਼ ਕਰ ਸਕਦੇ ਹੈਗੇ ਹੋਗੇ। ਬਟ ਮੇਰੇ ਕੋਲ ਜੋ ਐਨਟੀਟੀ ਹੈ ਉਹ ਮੈਂਸ਼ਨ ਕੀਤਾ ਹੋਇਆ ਹੈ। ਸੋ ਕਿਉਂਕਿ ਸਪੈਸ਼ਲੀ ਜੋ ਐਨਟੀਟੀ ਦੇ ਲਈ ਬਣਾਈ ਗਈ, ਬਟ ਰੀਜ਼ਨਿੰਗ ਹੈ ਜਿਹੜੀ ਉਹ ਸਾਰੇ ਹੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਹੈਲਪਫੁਲ ਰਹੂਗੀ। ਸੋ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਪੈਨ ਕਾਪੀ ਹੋਣੀ ਜ਼ਰੂਰੀ ਹੈ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਔਰ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਗਰੁੱਪ ਹੈ ਜਿਹੜਾ ਉਹ ਪੇਡ ਹੈ। ਸੋ ਨੰਬਰ ਸੀਰੀਜ਼ ਦੇ ਵਿੱਚ ਹੈ ਕਿ ਨੰਬਰ ਦੇ ਅਕੋਰਡਿੰਗ ਜਦੋਂ ਅਸੀਂ ਰੀਜ਼ਨਿੰਗ ਕਰਦੇ ਹਾਂ ਆਪਣੇ ਮਾਈਂਡ ਸੈਟ ਜਿਹੜਾ ਬਣਾਉਂਦੇ ਹਾਂ, ਸੋ ਉਸ ਦੇ ਨਾਲ ਰਿਲੇਟਡ ਹੁੰਦੀ ਹੈ। ਸੋ ਇਸ ਕਰਕੇ ਇਸ ਦੇ ਵਿੱਚ ਜ਼ਿਆਦਾ ਜਿਹੜਾ ਫੋਕਸ ਹੁੰਦਾ ਉਹ ਨੰਬਰਿੰਗ ਸੀਰੀਜ਼ ਕਰਨਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਸੀਕੁਐਂਸ ਵਾਈਜ਼ ਬਣਾ ਕੇ ਆਪਸ਼ਨ ਨੂੰ ਜਿਹੜਾ ਸਹੀ ਕਰਨਾ ਹੁੰਦਾ ਹੈ। ਸੋ ਇਹਦੇ ਲਈ ਤੁਹਾਨੂੰ ਜ਼ਰੂਰੀ ਹੈ ਕਿ ਤੁਹਾਡੇ ਕੋਲ ਪੈਨ ਕਾਪੀ ਹੋਣੀ ਜ਼ਰੂਰੀ ਹੈ। ਸੋ ਇਸ ਨੂੰ ਸਿੱਖਣ ਦਾ ਹੋਰ ਇਸ ਤੋਂ ਵਧੀਆ ਤਰੀਕਾ ਕੋਈ ਵੀ ਨਹੀਂ ਹੈ। ਸੋ ਤੁਸੀਂ ਆਪਣੇ ਕੋਲ ਪੈਨ ਕਾਪੀ ਰੱਖੋ, ਉਸ ਨੂੰ ਉਸ ਤਰੀਕੇ ਦੇ ਨਾਲ ਐਨਾਲਾਈਟਿਕ ਕਰੋ ਔਰ ਇਸ ਦੀ ਪ੍ਰੈਕਟਿਸ ਹੈ ਜਿੰਨੀ ਹੋ ਸਕਦੀ ਹੈ ਕਰੋ। ਕਿਉਂਕਿ ਇਸ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਜ਼ਰੂਰ ਕਰੂੰਗਾ, ਬਟ ਉਸ ਦੀਆਂ ਜਿਹੜੀਆਂ PDF ਨਹੀਂ ਮਿਲਣੀ ਹੈ। ਤੁਸੀਂ ਇਸ ਨੂੰ ਹੈਲਪ ਕਰਨ ਦੇ ਲਈ ਸਿੱਖਣ ਦੇ ਲਈ ਤੁਹਾਨੂੰ ਖੁਦ ਨੂੰ ਪ੍ਰੈਕਟਿਸ ਕਰਨੀ ਪਊਗੀ। ਠੀਕ ਹੈ, PDF ਹਾਲਾਂਕਿ ਤੁਹਾਨੂੰ ਗਰੁੱਪ ਦੇ ਵਿੱਚ ਮਿਲ ਜਾਊਗੀ, ਬਟ ਤੁਸੀਂ ਖੁਦ ਇਸ ਨੂੰ ਪ੍ਰੈਕਟਿਸ ਕਰਕੇ ਹੀ ਸਿੱਖ ਸਕਦੇ ਹੈਗੇ। ਓਕੇ, ਸੋ ਅੱਜ ਦਾ ਫਸਟ ਕੁਐਸਚਨ ਹੈ। ਸੋ ਨੰਬਰ ਸੀਰੀਜ਼ ਕਰਨਾ ਹੈ। ਸੋ ਇੱਕ ਨੰਬਰ ਕੁਐਸਚਨ ਹੈ 3, 5, 6 ਔਰ ਇਸ ਤੋਂ ਬਾਅਦ ਕੁਐਸਚਨ ਮਾਰਕ ਔਰ ਉਸ ਤੋਂ ਬਾਅਦ 9, 15 ਹੈ। ਸੋ ਇਸ ਨੂੰ ਅਸੀਂ ਸੀਰੀਜ਼ ਵਾਈਜ਼ ਕਰਨਾ ਹੈ। ਸੋ ਇਹਦੇ ਲਈ ਰਾਈਟ ਆਂਸਰ ਕਿਹੜਾ ਆਊਗਾ? ਸੋ ਆਪਸ਼ਨ 1 10 ਹੈ, ਆਪਸ਼ਨ 2 ਹੈ 12 ਹੈ, ਆਪਸ਼ਨ 3 ਹੈ 15 ਹੈ, ਆਪਸ਼ਨ 4 ਹੈ 22 ਹੈ। ਰਾਈਟ ਆਂਸਰ ਇਸ ਦਾ ਇਹ ਆਪਸ਼ਨ ਹੈ। ਸੋ 10 ਕਿਵੇਂ ਆਇਆ? ਹੁਣ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਕਿਉਂਕਿ ਇਹ ਜ਼ਿਆਦਾ ਜਿਹੜਾ ਇਹ ਮਾਈਂਡ ਦੇ ਨਾਲ ਰਿਲੇਟਡ ਹੈ ਨਾ। ਸੋ ਸਾਨੂੰ ਸੀਕੁਐਂਸ ਵਾਈਜ਼ ਕਰਨਾ ਪਊਗਾ ਪਹਿਲਾਂ ਇਸ ਦੇ ਵਿੱਚ। ਠੀਕ ਹੈ, ਸੋ ਅਸੀਂ ਇੱਥੇ ਦੇਖਦੇ ਹਾਂ ਕਿ ਦੋ ਲੜੀਆਂ ਚੱਲਦੀਆਂ ਹੈਗੀਆਂ ਨੇਗੀਆਂ। ਇੱਕ ਤਾਂ ਹੈ 3, ਠੀਕ ਹੈ, 3, 5, 6, ਠੀਕ ਹੈ, ਔਰ ਇਸ ਤੋਂ ਬਾਅਦ ਆ ਜਾਂਦਾ ਹੈ 5, ਠੀਕ ਹੈ, ਔਰ ਉਸ ਤੋਂ ਬਾਅਦ ਕੁਐਸਚਨ ਮਾਰਕ ਔਰ 15, ਯਾਨੀ ਕਿ ਦੋ ਲੜੀਆਂ ਇੱਥੇ ਕੰਮ ਕਰ ਰਹੀਆਂ ਨੇ। ਪਹਿਲੀ ਹੈ 3, 6, 9। ਦੂਸਰੀ ਲੜੀ ਜਿਹੜੀ ਆ ਜਾਂਦੀ ਹੈਗੀ ਉਹ 5, ਕੁਐਸਚਨ ਮਾਰਕ ਔਰ 13। ਹੁਣ ਅਸੀਂ ਇਸ ਨੂੰ ਸੀਕੁਐਂਸ ਵਾਈਜ਼ ਕਰਨਾ ਹੈ। ਕਿਵੇਂ ਕਰਨਾ ਹੈ? ਸੋ ਦੇਖਣਾ ਹੈ। ਸੋ ਪਹਿਲਾ ਹੈ 3। ਸੋ ਪਹਿਲਾਂ ਅਸੀਂ 3 ਵਾਲੇ ਜਿਹੜਾ ਸੀਕੁਐਂਸ ਵਾਈਜ਼ ਉਸ ਨੂੰ ਦੇਖਦੇ ਹਾਂ। 3 ਗੁਣਾ 3, ਠੀਕ ਹੈ, ਇਹ ਫਸਟ ਹੋ ਗਿਆ। ਇਸ ਤੋਂ ਬਾਅਦ ਹੈ ਇੱਥੇ ਦੂਸਰੇ ਦੇ ਵਿੱਚ ਅਸੀਂ 6 ਲਵਾਂਗੇ। 3 ਦੂਣੀ 6, ਠੀਕ ਹੈ, ਇੱਥੇ 6 ਆ ਗਿਆ, ਯਾਨੀ ਕਿ ਦੂਸਰੀ ਸੀਕੁਐਂਸ ਵਾਈਜ਼ ਹੀ ਆ ਗਈ ਹੈਗੀ। ਔਰ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਤੀਸਰੇ ਦੇ ਉੱਪਰ। ਤੀਸਰੇ ਦੇ ਵਿੱਚ ਕੀ ਹੈ? 33 9 ਵਾਲਾ ਪਾਰਟ ਆ ਜਾਂਦਾ ਹੈ। ਠੀਕ ਹੈ, ਸੋ ਇਹ ਸੀਰੀਜ਼ ਵਾਈਜ਼ ਹੋਗੀ 3, 6 ਔਰ 9। ਇਹ ਪਹਿਲੀ ਸੀਕੁਐਂਸ ਹੈ ਜਿਹੜੀ ਅਸੀਂ ਉਹ ਚੱਕ ਲੈਤੀ ਹੈਗੀ ਆ। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ 5 ਰਹਿ ਗਿਆ ਹੈ ਔਰ ਇਸ ਤੋਂ ਬਾਅਦ ਕੁਐਸਚਨ ਮਾਰਕ ਆ ਗਿਆ, ਉਸ ਤੋਂ ਬਾਅਦ 15 ਰਹਿ ਗਏ ਹੈ। ਇਹਨੂੰ ਅਸੀਂ ਕਿਵੇਂ ਆਪਾਂ ਕਨਕਲੂਡ ਕਰਾਂਗੇ? ਸੋ ਪਹਿਲਾ ਆ ਜਾਂਦਾ ਹੈ 5 ਗੁਣਾ, ਠੀਕ ਹੈ, ਇੱਕ 5 ਆ ਗਿਆ। ਇਸ ਤੋਂ ਬਾਅਦ 5 ਦੂਣੀ 10 ਔਰ ਇਸ ਤੋਂ ਬਾਅਦ 5 ਤੀਏ 15, ਠੀਕ ਹੈ। ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਸੀਕੁਐਂਸ ਵਾਈਜ਼ ਕਰਾਂਗੇ। ਸੋ ਹੁਣ ਸਾਡੇ ਕੋਲ 5 ਜਿਹੜਾ ਇਹਨਾਂ ਨੇ ਦਿੱਤਾ ਹੋਇਆ ਸੀ, ਠੀਕ ਹੈ, ਇੱਥੇ ਪਾਇਆ ਹੋਇਆ ਹੈ। ਇਸ ਤੋਂ ਬਾਅਦ ਇਹਨਾਂ ਨੇ 15 ਵੀ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ, ਠੀਕ ਹੈ, ਬਟ ਜਿਹੜਾ ਕੁਐਸਚਨ ਮਾਰਕ ਆ ਉੱਥੇ ਆਵੇਗਾ 10, ਠੀਕ ਹੈ। 10 ਇਸ ਲਈ ਆਵੇਗਾ ਕਿਉਂਕਿ ਅਸੀਂ ਇਸਨੂੰ ਸੀਕੁਐਂਸ ਵਾਈਜ਼ ਕਰਨਾ ਹੈ। ਕਈ ਵਾਰ ਇੱਧਰ ਉੱਧਰ ਪਾਏ ਹੁੰਦੇ ਆਪਸ਼ਨ, ਅਸੀਂ ਉਸਨੂੰ ਸੀਕੁਐਂਸ ਸੀਰੀਜ਼ ਵਾਈਜ਼ ਕਰਨਾ ਹੁੰਦਾ। ਸੋ ਇਹੀ ਇੱਥੇ ਸਾਡਾ ਪ੍ਰਮੁੱਖ ਕੰਮ ਹੁੰਦਾ ਹੈ। ਸੋ ਇਸ ਨੂੰ ਸਮਝਣ ਦੇ ਲਈ ਤੁਸੀਂ ਪਲੀਜ਼ ਪੈਨ ਕਾਪੀ ਦਾ ਜਿਹੜਾ ਇਸਤੇਮਾਲ ਜ਼ਰੂਰ ਕਰੋ ਤਾਂ ਕਿ ਤੁਸੀਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਸਿੱਖ ਸਕੋ। ਠੀਕ ਹੈ, ਨੈਕਸਟ ਹੈ 2 ਨੰਬਰ ਕੁਐਸਚਨ 22, 33, ਕੁਐਸਚਨ ਮਾਰਕ 31 ਅਤੇ 61 ਔਰ 78। ਸੋ ਇਸ ਨੂੰ ਅਸੀਂ ਸੀਕੁਐਂਸ ਵਾਈਜ਼ ਸੀਰੀਜ਼ ਵਾਈਜ਼ ਕਰਨਾ ਹੈ। ਕਿਵੇਂ ਕਰ ਸਕਦੇ ਹਾਂ? ਸੋ ਆਪਸ਼ਨ ਇਸ ਦਾ ਹੈ 46 ਆਵੇਗਾ ਇੱਥੇ, ਆਪਸ਼ਨ 2 ਹੈ 84 ਆਵੇਗਾ, ਆਪਸ਼ਨ 3 ਹੈ 78 ਆਵੇਗਾ ਔਰ ਆਪਸ਼ਨ 4 ਹੈ 76 ਆਵੇਗਾ। ਸੋ ਰਾਈਟ ਹੈ ਇਸ ਦਾ ਆਂਸਰ 46, ਠੀਕ ਹੈ। 46 ਕਿਵੇਂ ਆਵੇਗਾ? ਸੋ ਇੱਥੇ ਅਸੀਂ ਦੇਖਦੇ ਹਾਂ ਕਿ ਹਰੇਕ ਲੜੀ ਦੇ ਵਿੱਚ 22 ਤੇ 33 ਦੇ ਵਿੱਚ ਜਿਹੜਾ ਉਹ 11 ਦਾ ਅੰਤਰ ਆਉਂਦਾ ਹੈਗਾ। ਠੀਕ ਹੈ, 22 + 11 33, ਠੀਕ ਹੈ। ਉਸ ਤੋਂ ਬਾਅਦ ਫਿਰ 33 ਆ ਗਿਆ। ਸੋ 33 + 13 ਇਹ ਹੋ ਗਿਆ 46, ਠੀਕ ਹੈ। 46 + 15 61, ठीक है। 61 +
17 78 ਠੀਕ ਹੈ। ਸੋ ਇਸ ਚੀਜ਼ ਨੂੰ ਦੇਖਣਾ ਹੁੰਦਾ ਹੈ। ਸੋ ਇੱਥੇ ਕੀ ਹੁੰਦਾ ਹੈ ਕਿ ਅਸੀਂ ਇਸ ਚੀਜ਼ ਨੂੰ ਦੇਖਣਾ ਹੁੰਦਾ ਕਿ ਕਿਵੇਂ ਕੰਮ ਕਰ ਰਹੀ ਹੈ, ਕੰਮ ਕਿਵੇਂ ਕਰ ਰਹੀ ਸੀਗੀ ਇਹ ਦੇਖਣੀ। ਹੁਣ ਆਪਾਂ ਇਸ ਨੂੰ ਨਾ ਕਿ 22 ਸੀ, 22 ਦੇ ਵਿੱਚ ਇੱਥੇ 11 ਦਾ ਅੰਤਰ ਸੀਗਾ, ਠੀਕ ਹੈ। 11 ਦੇ ਵਿੱਚ ਜਦੋਂ 22 ਦੇ ਵਿੱਚ ਅਸੀਂ 11 ਜੋੜਤਾ 33 ਆ ਗਿਆ, ਔਰ ਇਸ ਤੋਂ ਬਾਅਦ ਜਿਹੜਾ ਆਪਸ਼ਨ ਬਣਦਾ ਹੈ ਉਸਨੂੰ ਵੀ ਅਸੀਂ ਛੱਡ ਦੇਈਏ, ਮਿਸ ਕਰ ਦੇਈਏ, ਠੀਕ ਹੈ। ਤਾਂ ਉਸ ਦੇ ਵਿੱਚ ਇਸ ਤੋਂ ਬਾਅਦ ਅਸੀਂ 61 ਨੰਬਰ ਸੰਖਿਆ ਲਵਾਂਗੇ, ਤਾਂ ਅਸੀਂ ਇਸਨੂੰ ਕਿਵੇਂ ਕਨਕਲੂਡ ਕਰਾਂਗੇ ਨਾ। ਸੋ 61 ਦੇ ਵਿੱਚ ਜੇਕਰ ਅਸੀਂ, ਠੀਕ ਹੈ, ਕਿੰਨੇ ਜੋੜਾਂਗੇ ਜਾਣੀ ਕਿ, ਠੀਕ ਹੈ, ਉਸ ਦੇ ਅਕੋਰਡਿੰਗ ਸਾਨੂੰ ਪਤਾ ਲੱਗੂਗਾ। 61 ਦੇ ਵਿੱਚ ਅਸੀਂ 46 ਜੋੜੇ ਹੈਗੇ ਆ, ਤਾਂ ਉਸ ਦੇ ਅਕੋਰਡਿੰਗ ਜਿਹੜੇ ਆ ਉਹ 61 ਇੱਥੇ ਬਣ ਪਾਏ ਹੈਗੇ ਨੇ, ਠੀਕ ਹੈ। ਔਰ 61 ਦੇ ਵਿੱਚ ਅੱਗੇ ਅਸੀਂ ਕਿੰਨੇ ਜੋੜੇ ਹੈਗੇ ਨੇਗੇ, ਠੀਕ ਹੈ, 17 ਜੋੜੇ ਨੇ, ਤਾਂ ਜਿਹੜੇ ਉਹ 78 ਬਣ ਪਾਏ ਨੇ। ਹੁਣ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਰ ਲੈਤਾ ਹੈ, 11 ਨੂੰ ਕਰ ਲੈਤਾ ਹੈ, 15 ਨੂੰ ਕਰ ਲੈਤਾ ਹੈ, 17 ਨੂੰ ਕਰ ਲੈਤਾ ਹੈ। ਮਿਸ ਕੀ ਚੀਜ਼ ਰਹੇਗੀ ਇੱਥੇ 13 ਵਾਲੀ, ਜਿਹਦੇ ਅਕੋਰਡਿੰਗ ਅਸੀਂ ਇੱਥੇ ਆਪਣੀ ਸੰਖਿਆ ਲੈ ਕੇ ਆਉਣੀ ਸੀ। ਤਾਂ ਹੁਣ ਇੱਥੇ 11 ਸ਼ੁਰੂ ਹੋਇਆ, ਇੱਥੇ 15 ਆ ਗਿਆ ਹੈ, ਔਰ ਇੱਥੇ 17 ਆ ਗਿਆ। ਹੁਣ ਇਹਨਾਂ ਦੋਨਾਂ ਦੇ ਵਿੱਚ, ਤਿੰਨਾਂ ਦੇ ਵਿੱਚ ਸੰਖਿਆ ਦਾ ਵਿੱਚ ਕੀ ਸੀ, 2-2 ਦਾ ਅੰਤਰ ਸੀਗਾ, ਯਾਨੀ ਕਿ 2 ਜੋੜ ਕੇ ਅੱਗੇ ਅਸੀਂ ਪੇਸ਼ ਕਰਨਾ ਸੀਗਾ, ਯਾਨੀ ਕਿ 2 ਇਹਦੇ ਵਿੱਚ ਜੋੜਦੇ ਇਹਦੇ 13 ਹੋ ਜਾਂਦੇ। 13 ਨੂੰ ਜਦੋਂ ਅਸੀਂ ਇਹਦੇ ਨਾਲ ਪਲੱਸ ਕਰਦੇ ਹਾਂ ਤਾਂ ਆਂਸਰ ਬਣਦਾ ਹੈ 46, ਤਾਂ ਇਸ ਕਰਕੇ ਰਾਈਟ ਆਂਸਰ ਆਵੇਗਾ ਸਾਡਾ ਇੱਥੇ 46, ਠੀਕ ਹੈ। ਸੋ ਪਲੀਜ਼ ਪੈਨ ਕਾਪੀ ਜ਼ਰੂਰ ਨੋਟ ਕਰ ਲੈਣਾ, ਉਸ ਦੇ ਉੱਪਰ ਤੁਹਾਨੂੰ ਇਹ ਹੈਲਪ ਹੋਊਗੀ। ਨੈਕਸਟ ਹੈ 3 ਨੰਬਰ, 2 4 3 ਕੁਐਸਚਨ ਮਾਰਕ 12 ਤੇ 4 ਤੇ 16। ਇਹਦੀ ਸੀਕੁਐਂਸ ਵਾਈਜ਼ ਦੇ ਵਿੱਚ ਕੀ ਆਊਗਾ, ਆਪਸ਼ਨ 1 ਹੈ 9, ਆਪਸ਼ਨ 2 ਹੈ 11 16, ਔਰ ਆਪਸ਼ਨ 3 ਹੈ 15, ਔਰ ਆਪਸ਼ਨ 4 ਹੈ 16। ਰਾਈਟ ਆਂਸਰ ਦਾ 9 ਆਵੇਗਾ। ਸੋ 9 ਕਿਵੇਂ ਆਇਆ, ਸੋ ਇਸ ਨੂੰ ਸਮਝਦੇ ਹਾਂ ਆਪਾਂ। 3 ਨੰਬਰ ਕੁਐਸਚਨ, ਸੋ ਇੱਥੇ ਪਤਾ ਲੱਗਦਾ ਹੈ ਸਾਨੂੰ ਕਿ ਇੱਥੇ ਜਿਹੜਾ 2 ਦਾ ਉਹ ਦੁੱਗਣਾ ਹੋ ਜਾਂਦਾ ਹੈ, 2 ਦਾ ਦੁੱਗਣਾ ਮਤਲਬ 4, ਔਰ 3 ਦਾ ਗੁਣਾ ਤਿੱਗਣਾ ਹੋ ਜਾਂਦਾ ਹੈ, ਔਰ 4 ਦਾ ਚੌਗੁਣਾ ਹੋ ਜਾਂਦਾ ਹੈ, ਔਰ ਚੌਥੀ ਦਾ ਜਿਹੜਾ ਉਹ 9 ਸੰਖਿਆ ਇੱਥੇ ਬਣਦੀ, ਉਹ ਕਿਵੇਂ ਬਣਦੀ ਹੈਗੀ, ਇਸ ਚੀਜ਼ ਨੂੰ ਆਪਾਂ ਦੇਖਦੇ ਹਾਂ। 2 ਗੁਣਾ 2, ਯਾਨੀ ਕਿ ਪਹਿਲੀ ਸੰਖਿਆ 2 ਸੀ, ਉਸਨੂੰ 2 ਨਾਲ ਗੁਣਾ ਕੀਤਾ ਤਾਂ 4 ਆ ਗਿਆ, ਠੀਕ ਹੈ। ਔਰ ਇਸ ਤੋਂ ਬਾਅਦ 3 ਸੰਖਿਆ ਹੈ, ਸੋ 3 ਨੂੰ ਅਸੀਂ 3 ਨਾਲ ਕਰਾਂਗੇ 9 ਸੰਖਿਆ ਆ ਜਾਊਗੀ, ਠੀਕ ਹੈ। ਅੱਗੇ 9 ਆ ਗਈ ਹੈਗੀ ਹੈ, ਠੀਕ ਹੈ। ਫਿਰ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਚੌਕੀ 16, ਠੀਕ ਹੈ। ਤਾਂ ਇਸ ਤਰੀਕੇ ਨਾਲ 16 ਬਣ ਗਿਆ ਹੈਗਾ ਗਾ। ਇਹਨਾਂ ਨੂੰ ਆਪਾਂ ਸੀਕੁਐਂਸ ਵਾਈਜ਼ ਕਰਨਾ, ਇਹਦੇ ਅਕੋਰਡਿੰਗ ਅਸੀਂ ਜਿਹੜਾ ਆਂਸਰ ਬਣਾਉਣਾ ਹੈਗਾ ਗਾ, ਠੀਕ ਹੈ। 2 ਦਾ ਦੁੱਗਣਾ ਕਰ ਲੈਣਾ ਹੈ, 4 ਹੋ ਗਿਆ, ਠੀਕ ਹੈ। ਇਸ ਤੋਂ ਬਾਅਦ ਫਿਰ ਅੱਗੇ 2 ਸੰਖਿਆਵਾਂ ਆ ਗਈਆਂ, ਸੋ 3 ਦਾ ਅਸੀਂ ਤਿੱਗਣਾ ਕਰ ਲੈਣਾ ਹੈਗਾ ਗਾ, ਠੀਕ ਹੈ। ਫਿਰ ਇਸ ਤੋਂ ਬਾਅਦ 4 ਆਏਗਾ, 4 ਦਾ ਚੌਗੁਣਾ ਕਰ ਲੈਣਾ ਹੈ, 16 ਬਣ ਜਾਂਦਾ ਹੈ, ਠੀਕ ਹੈ। ਇਸ ਤਰੀਕੇ ਦੇ ਨਾਲ ਅੱਗੇ ਨੂੰ ਆਪਾਂ ਜਿਹੜਾ ਕ੍ਰੀਏਟ ਕਰਨਾ ਹੁੰਦਾ ਹੈਗਾ ਗਾ। ਨੈਕਸਟ ਹੈ 4 ਨੰਬਰ ਕੁਐਸਚਨ, ਸੋ 2 3 13 4 5 41 ਔਰ ਕੁਐਸਚन ਮਾਰਕ 7। ਸੋ ਇਸ ਨੂੰ ਸੀਕੁਐਂਸ ਵਾਈਜ਼ ਕਰਨਾ ਹੈ। ਆਪਸ਼ਨ 1 6 ਰਹੂਗਾ, ਆਪਸ਼ਨ 2 12 ਹੈ, ਆਪਸ਼ਨ 3 ਹੈ 28 ਅਤੇ ਆਪਸ਼ਨ 4 ਹੈ 18 ਹੈ। ਰਾਈਟ ਆਂਸਰ ਦਾ ਇਹ ਆਪਸ਼ਨ 6 ਰਹੇਗਾ, ਇਸ ਦਾ ਆਂਸਰ 4 ਨੰਬਰ ਦਾ। ਕਿਵੇਂ ਰਹੇਗਾ 6 ਆਂਸਰ ਦਾ, ਸੋ ਆਂਸਰ ਮੈਂ ਪਹਿਲਾਂ ਦੱਸਦਾ ਤਾਂ ਕਿ ਤੁਸੀਂ ਇਸ ਨੂੰ ਪ੍ਰੈਕਟਿਸ ਕਰ ਸਕੋ। ਅਸਲ ਦੇ ਵਿੱਚ ਇਹ ਕਾਰਨ ਇਸ ਦਾ ਨਾ ਕਿਉਂ, ਕਿਉਂਕਿ ਤੁਸੀਂ ਇਸ ਨੂੰ ਸਿੱਖੋਗੇ, ਜਦੋਂ ਕਰੋਗੇ ਤਦ ਹੀ ਇਸ ਦੇ ਜਿਹੜਾ ਕਨਕਲੂਜਨ ਦੇ ਉੱਪਰ ਪਹੁੰਚ ਪਾਓਗੇ। ਤਾਂ ਇੱਥੇ 2 ਲੜੀਆਂ ਕੰਮ ਕਰਦੀਆਂ ਨੇ। ਪਹਿਲੀ ਲੜੀ ਹੈ ਜਿਹਦੇ ਵਿੱਚ 2 3 4 5 ਔਰ ਕੁਐਸਚਨ ਮਾਰਕ ਔਰ 7, ਠੀਕ ਹੈ। ਦੂਸਰੀ ਲੜੀ ਹੈ ਜਿਹਦੇ ਵਿੱਚ ਸੰਖਿਆ ਆਉਂਦੀ ਹੈਗੀ 13 ਔਰ 41, ਠੀਕ ਹੈ। ਹੁਣ ਇਹਦੇ ਅਕੋਰਡਿੰਗ ਆਪਾਂ ਆਂਸਰ ਲੱਭਣਾ ਇਸ ਦਾ। ਸੋ ਅਸੀਂ 2 ਦੇ ਬਾਅਦ ਅਗਲੀ 2 ਸੰਖਿਆ ਜਿਹੜੀ ਉਹ 3 ਹੈਗੀ, ਇੱਥੇ ਅਸੀਂ ਦੇਖਦੇ ਹਾਂ 2 ਤੋਂ ਬਾਅਦ, ਠੀਕ ਹੈ। ਫਿਰ ਇਸ ਤੋਂ ਬਾਅਦ 13 ਆਉਂਦਾ ਹੈਗਾ ਗਾ, ਔਰ ਉਸਦੇ ਮਗਰੋਂ 4 ਆਉਂਦਾ ਹੈ, ਠੀਕ ਹੈ। 4 ਇਸ ਤੋਂ ਬਾਅਦ 5 ਆਉਂਦਾ ਹੈ, 5 ਤੋਂ ਬਾਅਦ ਅਸੀਂ ਕਹਿ ਸਕਦੇ ਹਾਂ 41 ਆ ਸਕਦਾ ਹੈ, ਠੀਕ ਹੈ। ਫਿਰ ਇਸ ਦੇ ਅਕੋਰਡਿੰਗ ਅਸੀਂ ਕਿਸ ਦੇ ਅਕੋਰਡਿੰਗ ਅਸੀਂ ਜਿਹੜਾ ਕਹਿ ਸਕਦੇ ਹਾਂ, ਕਨਕਲੂਡ ਕਰ ਸਕਦੇ ਹਾਂ ਕਿ ਇਹਦੇ ਵਿੱਚ ਕਿੰਨੇ ਦਾ ਅੰਤਰ ਹੈਗਾ ਗਾ, ਠੀਕ ਹੈ। ਤਾਂ ਇਸ ਦੇ ਲਈ ਅਸੀਂ ਕਹਾਂਗੇ ਕਿ ਇਸ ਦੇ ਅੱਗੇ ਜਿਹੜੀ ਸੰਖਿਆ ਹੋਣੀ ਚਾਹੀਦੀ ਹੈਗੀ ਹੁਣ ਕਿੰਨੀ ਆਵੇਗੀ। ਸੋ ਇੱਥੇ ਆਂਸਰ ਤਾਂ 7 ਲਿਖਿਆ ਹੋਇਆ ਹੈਗਾ ਗਾ। ਇਹਨੂੰ ਕਿਵੇਂ ਸਹੀ ਕਰਾਂਗੇ ਆਪਾਂ, ਦੇਖੋ ਪਹਿਲਾਂ ਇੱਥੋਂ ਦੇਖਦੇ ਹਾਂ ਕਿ ਪਹਿਲੀ ਸੀਕੁਐਂਸ ਵਾਈਜ਼ ਹੈ ਜਿਹਦੇ ਵਿੱਚ 2 3, ਠੀਕ ਹੈ, ਜਾਣੀ ਕਿ 2 ਤੇ 3 ਇਕੱਠੇ ਆ ਗਏ, ਇਸ ਤੋਂ ਬਾਅਦ 13 ਆਂਸਰ ਆ ਗਿਆ ਹੈ। ਇਸ ਤੋਂ ਬਾਅਦ ਇੱਕ ਛੱਡ ਕੇ ਸ਼ਬਦ, ਜਾਣੀ ਕਿ ਫਿਰ 4 5 ਆ ਗਿਆ ਹੈ, ਠੀਕ ਹੈ। 5 4 ਇਹ ਵੀ ਸੀਕੁਐਂਸ ਵਾਈਜ਼ ਹੈ, 4 5 ਇਸ ਨੂੰ ਛੱਡ ਦਿੱਤਾ। ਫਿਰ ਇਸ ਤੋਂ ਬਾਅਦ 41 ਜਿਹੜੀ ਸੰਖਿਆ ਆ ਗਈ ਹੈਗੀ ਹੈ, 41 ਤੋਂ ਬਾਅਦ ਕੁਐਸਚਨ ਮਾਰਕ ਔਰ ਉਸ ਤੋਂ ਬਾਅਦ 7 ਹੈ। ਇਸ ਦੇ ਅਕੋਰਡਿੰਗ ਕੀ ਹੈਗਾ ਗਾ, 2 ਸੰਖਿਆਵਾਂ ਜਿਹੜੀਆਂ ਉਹ ਸੀਕੁਐਂਸ ਵਾਈਜ਼ ਨੇ, ਇਸ ਤੋਂ ਬਾਅਦ ਇੱਕ ਡਿਫਰੈਂਟ ਆ ਜਾਂਦੀ ਹੈ, ਇਸ ਤੋਂ ਬਾਅਦ ਫਿਰ 2 ਸੰਖਿਆ ਜਿਹੜੀਆਂ ਡਿਫਰੈਂਟ ਨੇ, ਔਰ ਇਸ ਤੋਂ ਬਾਅਦ ਫਿਰ ਡਿਫਰੈਂਟ ਆ ਜਾਂਦੀ ਹੈ ਨਾ। ਸੋ ਇੱਥੇ ਆਊਗਾ ਫਿਰ 6 ਆਂਸਰ, ਠੀਕ ਹੈ। ਇਸ ਤਰੀਕੇ ਦੇ ਨਾਲ ਅਸੀਂ ਇਹਨੂੰ 6 ਅਸੀਂ ਆਂਸਰ ਜਿਹੜਾ ਦੇਵਾਂਗੇ। ਇਸ ਚੀਜ਼ ਨੂੰ ਥੋੜਾ ਜਿਹਾ ਤੁਹਾਨੂੰ ਮਾਈਂਡ ਜਿਹੜਾ ਉਹ ਬਣਾਉਣਾ ਪਵੇਗਾ, ਕੰਮ ਕਰਾਉਣਾ ਪਵੇਗਾ। ਨੈਕਸਟ ਹੈ 5 ਨੰਬਰ, 320 160 80 40 ਕੁਐਸਚਨ ਮਾਰਕ ਔਰ 10 ਤੇ 15। ਸੋ ਇਸ ਦਾ ਜਿਹੜਾ ਸੀਰੀਅਲ ਵਾਈਜ਼ ਕੀ ਬਣੇਗਾ, ਆਪਸ਼ਨ 1 ਹੈ 10, ਆਪਸ਼ਨ 2 ਹੈ 20, ਆਪਸ਼ਨ 3 ਹੈ 15, ਆਪਸ਼ਨ 4 ਹੈ 30। ਤਾਂ ਰਾਈਟ ਆਂਸਰ ਇਸ ਦਾ B ਆਪਸ਼ਨ ਹੈ। ਸੋ B ਕਿਵੇਂ ਆਉਂਦਾ ਹੈ, ਇਸ ਚੀਜ਼ ਨੂੰ ਆਪਾਂ ਦੇਖਦੇ ਹਾਂ। ਸੋ ਇੱਥੇ 320 ਹੈ, ਸੋ 320 ਦਾ ਇਹਨਾਂ ਨੇ ਕੀ ਕੀਤਾ ਹੈ, ਅੱਧ ਕੀਤਾ ਹੈ। 360
360 ਦਾ ਅਗਰ ਰੱਦ ਕਰੀਏ ਆਪਾਂ ਤਾਂ ਕਿੰਨੇ ਰਹਿ ਗਏ ਹੈ 80 ਰਹਿ ਗਏ ਹੈ। 80 ਦਾ ਅਗਰ ਰੱਦ ਕਰੀਏ ਤਾਂ ਉਹ 40 ਰਹਿ ਗਏ ਹੈਗੇ ਨੇ। ਅਗਰ 80 ਨੂੰ ਅਸੀਂ ਰੱਦ ਕਰੀਏ ਠੀਕ ਹੈ ਤਾਂ ਉਸਦਾ ਕਿੰਨਾ ਰਹਿ ਗਿਆ ਹੈ 20 ਰਹਿ ਗਿਆ ਹੈ। ਅਗਰ 20 ਦਾ ਅਸੀਂ ਰੱਦ ਕਰੀਏ ਤਾਂ ਉਹ 10 ਰਹਿ ਗਏ ਹੈਗੇ ਨੇ। ਅਗਰ 10 ਦਾ ਅਸੀਂ ਰੱਦ ਕਰੀਏ ਤਾਂ ਉਹ 5 ਰਹਿ ਗਏ ਹੈਗੇ ਨੇ। ਠੀਕ ਹੈ, ਇਸ ਤਰੀਕੇ ਦੇ ਨਾਲ ਇਹਨੂੰ ਅਸੀਂ ਸੀਕੁਐਂਸ ਵਾਈਜ਼ ਕਰਨਾ ਹੈ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਨੇ, ਉੱਥੇ ਪ੍ਰੈਕਟਿਸ ਕਰਨੀ ਪਊ, ਇਸ ਦੇ ਅਕੋਰਡਿੰਗ ਅਸੀਂ ਇਹਨੂੰ ਬਣਾ ਸਕਦੇ ਹਾਂ। ਤਾਂ ਹੁਣ ਇੱਥੇ ਅਗਰ ਸੰਖਿਆ ਆਊਗੀ ਤਾਂ ਕਿਹੜੀ ਆਵੇਗੀ 20 ਆਵੇਗੀ, ਕਿਉਂਕਿ ਇਹ ਇਸਦਾ ਅੱਧ ਹੋਵੇਗਾ 40 ਦਾ। ਓਕੇ, ਕਈ ਵਾਰ ਇਹ ਘਟਦੇ ਕਰਮ ਵਿੱਚ ਵੀ ਹੁੰਦੀਆਂ ਹੈਗੀਆਂ ਨੇ ਠੀਕ ਹੈ, ਔਰ ਕਈ ਵਾਰ ਇਹ ਵੱਧਦੇ ਕਰਮ ਦੇ ਵਿੱਚ ਵੀ ਹੁੰਦੀਆਂ ਨੇ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਦੋਨਾਂ ਸਾਈਡ ਦੇ ਉੱਪਰ ਦੇਖਣਾ ਕਿ ਕਿੱਧਰੋਂ ਇਹ ਕੰਮ ਕਰ ਰਹੀ ਹੈ। ਨੈਕਸਟ ਹੈ 6 ਨੰਬਰ 3 1 3 9 27 ਕੁਐਸਚਨ ਮਾਰਕ 243 ਔਰ 729 ਹੈ। ਸੋ ਇਸ ਦੀ ਸੀਕੁਐਂਸ ਵਾਈਜ਼ ਕੀ ਬਣੇਗੀ। ਆਪਸ਼ਨ 1 ਹੈ 41, ਆਪਸ਼ਨ 2 ਹੈ 99, ਆਪਸ਼ਨ 3 ਹੈ 51, ਆਪਸ਼ਨ 4 ਹੈ 92। ਸੋ ਇਹਨੂੰ ਅਸੀਂ ਕਿਵੇਂ ਪਤਾ ਕਰਾਂਗੇ ਹੈ ਨਾ। ਸੋ ਇੱਥੇ ਅਸੀਂ ਜੇਕਰ ਇਸ ਨੂੰ ਧਿਆਨ ਦੇ ਨਾਲ ਹੈ ਨਾ ਦੇਖੀਏ ਤਾਂ ਇੱਥੇ ਕਹਿ ਸਕਦੇ ਹਾਂ ਕਿ ਪਹਿਲੀ ਸੰਖਿਆ ਜਿਹੜੀ ਹੈ ਉਸਨੂੰ ਅੱਗੇ 3 ਦੇ ਨਾਲ ਗੁਣਾ ਕਰਨ 'ਤੇ ਜਿਹੜਾ ਉਹ 3 ਆਉਂਦਾ ਹੈਗਾ ਗਾ ਮੀਨਸ ਠੀਕ ਹੈ, ਯਾਨੀ ਕਿ 3 ਨੂੰ 3 ਨਾਲ ਗੁਣਾ ਕਰਾਂਗੇ ਤਾਂ 9 ਆਵੇਗਾ। ਇਸੇ ਤਰੀਕੇ ਨਾਲ ਇਸ ਨੂੰ ਅੱਗੇ ਅੱਗੇ ਜਿਹੜਾ ਉਹ ਕੰਟੀਨਿਊ ਕੀਤਾ ਹੋਇਆ ਹੈਗਾ ਗਾ ਠੀਕ ਹੈ। ਤਾਂ ਇੱਥੇ ਰਾਈਟ ਆਂਸਰ ਬਣੂਗਾ ਜਿਹੜਾ ਉਹ 81 ਬਣੂਗਾ। ਕਿਵੇਂ ਬਣੂਗਾ ਠੀਕ ਹੈ, ਇਸ ਚੀਜ਼ ਨੂੰ ਸਮਝਦੇ ਆਪਾਂ। ਇੱਕ ਹੈ ਜਿਹੜਾ ਠੀਕ ਹੈ ਉਸਨੂੰ ਆਪਾਂ 1 ਨੂੰ ਕਰਾਂਗੇ ਉਹ 3 ਨਾਲ ਤਾਂ 3 ਆ ਗਿਆ ਉਸਦਾ ਠੀਕ ਹੈ। ਫਿਰ ਅੱਗੇ ਅਸੀਂ 3 ਨੂੰ 3 ਨਾਲ ਕਰਾਂਗੇ ਤਾਂ 9 ਆ ਜਾਊਗਾ ਉਸਦਾ ਆਂਸਰ ਠੀਕ ਹੈ। ਫਿਰ ਅੱਗੇ ਅਸੀਂ ਕੀ ਕਰਾਂਗੇ ਕਿ 9 ਨੂੰ 3 ਨਾਲ ਕਰਾਂਗੇ ਤਾਂ 27 ਆ ਜਾਊਗਾ ਠੀਕ ਹੈ। ਜਾਣੀ ਕਿ 3 ਜਿਹੜੀ ਉਹ ਪ੍ਰਮੁੱਖ ਰਹੀ ਇੱਥੇ ਸੰਖਿਆ ਓਕੇ, ਉਸ ਦੇ ਅਕੋਰਡਿੰਗ ਇਹ ਬਣੀ ਹੋਈ ਹੈਗੀ ਨੇਗੀ। 27 ਆ ਗਿਆ ਹੈ। ਅੱਗੇ 27 ਨੂੰ ਅਸੀਂ 3 ਨਾਲ ਕਰਾਂਗੇ ਤਾਂ 81 ਆਵੇਗਾ। ਅੱਗੇ 81 ਨੂੰ ਜਦੋਂ ਅਸੀਂ 3 ਨਾਲ ਕਰਾਂਗੇ ਤਾਂ 243 ਆ ਜਾਵੇਗਾ। ਅਗਰ ਅਸੀਂ ਅੱਗੇ 243 ਨੂੰ 3 ਨਾਲ ਕਰਾਂਗੇ ਤਾਂ 729 ਜਿਹੜਾ ਆਂਸਰ ਬਣ ਜਾਵੇਗਾ ਠੀਕ ਹੈ। ਇਸ ਅਕੋਰਡਿੰਗ ਇਸ ਨੂੰ ਅਸੀਂ ਸੀਕੁਐਂਸ ਵਾਈਜ਼ ਹੈ ਜਿਹੜੇ ਉਹ ਕਰ ਸਕਦੇ ਹੈਗੇ ਹਾਂ। ਤੁਹਾਨੂੰ ਗੁਣਾ ਕਰਨੀ ਪੈ ਸਕਦੀ ਹੈ, ਤੁਹਾਨੂੰ ਜੋੜ ਕਰਨਾ ਪੈ ਸਕਦਾ, ਤੁਹਾਨੂੰ ਮਾਈਨਸ ਜਿਹੜੇ ਇਸ ਦੇ ਵਿੱਚੋਂ ਉਹ ਕਰਨੇ ਪੈ ਸਕਦੇ ਹੈਗੇ ਆ ਠੀਕ ਹੈ। ਇਸ ਦੇ ਲਈ ਤੁਹਾਨੂੰ ਪਹਾੜੇ ਵਗੈਰਾ ਜਿਹੜੇ ਹੋਣੇ ਚਾਹੀਦੇ ਨੇ। ਨੈਕਸਟ ਹੈ 7 ਨੰਬਰ ਕੁਐਸਚਨ 1 2 4 6 ਸੌਰੀ 4 8 16 ਤੇ 32 ਇਸ ਦਾ ਸੀਕੁਐਂਸ ਵਾਈਜ਼ ਕੀ ਹੈ। ਸੋ ਆਪਸ਼ਨ 1 ਹੈ 8, ਆਪਸ਼ਨ 2 ਹੈ 64, ਆਪਸ਼ਨ 3 ਹੈ 4 ਅਤੇ ਆਪਸ਼ਨ 4 ਹੈ 92। ਸੋ ਬੜਾ ਈਜ਼ੀ ਜਿਹਾ ਕੁਐਸਚਨ ਹੈ ਸਾਰਿਆਂ ਨਾਲੋਂ। ਸੋ ਇੱਥੇ ਕੀ ਹੈ 1 + 2 ਸੋ ਕਿੰਨੇ ਬਣ ਸਕਦੇ ਹੈਗੇ ਨਾ। ਸੋ ਗੁਣਾ ਕਰੀਏ ਅਗਰ ਤਾਂ 2 ਬਣਦੇ ਹੈਗੇ ਨੇ ਓਕੇ। ਸੋ 1 ਹੈ, ਸੋ 1 ਨੂੰ ਅੱਗੇ 1 ਨਾਲ ਕਰਾਂਗੇ ਤਾਂ 2 ਬਣਦੇ ਹੈਗੇ ਨੇ। ਅਗਰ 2 ਨੂੰ ਅੱਗੇ 2 ਨਾਲ ਪਲੱਸ ਕਰਾਂਗੇ ਤਾਂ 4 ਬਣਦੇ ਹੈਗੇ ਨੇ। 4 ਨੂੰ 4 ਨਾਲ ਗੁਣਾ ਪਲੱਸ ਕਰਾਂਗੇ ਤਾਂ 8 ਬਣਦੇ ਨੇ। 8 ਨੂੰ ਅਗਰ 8 ਨਾਲ ਪਲੱਸ ਕਰਾਂਗੇ ਤਾਂ 16 ਬਣਦੇ ਹੈਗੇ ਨੇ। ਔਰ 32 ਨੂੰ ਅਗਰ 16 ਤੇ 16 ਗੱਲ ਕਰੀਏ ਤਾਂ 32 ਔਰ 32 ਤੇ 32 64 ਠੀਕ ਹੈ। ਇਸ ਤਰੀਕੇ ਨਾਲ ਅਸੀਂ ਸੀਕੁਐਂਸ ਵਾਈਜ਼ ਇਸ ਨੂੰ ਕਰ ਸਕਦੇ ਹੈਗੇ ਹਾਂ। ਨੈਕਸਟ ਹੈ 8 ਨੰਬਰ 5 8 13 ਤੇ 21 ਸੋ ਇਸ ਦਾ ਅੱਗੇ ਸੀਕੁਐਂਸ ਵਾਈਜ਼ ਕੀ ਬਣੇਗਾ। ਆਪਸ਼ਨ 1 ਹੈ 34, ਆਪਸ਼ਨ 2 ਹੈ 37, ਆਪਸ਼ਨ 3 ਹੈ 52 ਅਤੇ ਆਪਸ਼ਨ 4 ਹੈ 55। ਸੋ ਇਸ ਦਾ ਕੀ ਬਣੇਗਾ ਨਾ। ਇਸ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਰਾਈਟ ਆਂਸਰ ਜਿਹੜਾ 36 ਸੌਰੀ 34 ਠੀਕ ਹੈ। ਸੋ ਇਹਦੇ ਵਿੱਚ ਕੀ ਚੀਜ਼ ਦਾ ਇਸਤੇਮਾਲ ਕੀਤਾ ਗਿਆ, ਇਸ ਦੇ ਵਿੱਚ ਅਭਾਜ ਸੰਖਿਆਵਾਂ ਜਿਹੜੀਆਂ ਉਹਨਾਂ ਦਾ ਅੰਤਰ ਪਾਇਆ ਗਿਆ ਹੈ। ਭਾਜ ਸੰਖਿਆਵਾਂ ਕਿਹੜੀਆਂ ਨੇ 3 5 7 ਔਰ 8 ਇਹਨਾਂ ਸੰਖਿਆਵਾਂ ਦੇ ਇਹਦੇ ਵਿੱਚ ਜਿਹੜਾ ਅੰਤਰ ਦੇਖਣ ਨੂੰ ਮਿਲਦਾ ਹੈ ਠੀਕ ਹੈ। ਕਿਵੇਂ ਮਿਲਦਾ ਹੈ ਹੁਣ ਇਸ ਚੀਜ਼ ਨੂੰ ਦੇਖਦੇ ਹਾਂ। 5 ਠੀਕ ਹੈ 5 ਪਲੱਸ ਸੌਰੀ 5 ਪਲੱਸ 3 8 ਹੋ ਗਿਆ। ਸੋ ਪਹਿਲੀ ਭਾਜ ਸੰਖਿਆ ਇਸ ਦੇ ਵਿੱਚ ਜੋੜੀ ਆਪਾਂ। ਦੂਸਰੀ ਭਾਜ ਸੰਖਿਆ 5 ਹੈ ਸੋ ਦੂਸਰੀ ਹੈ 8। 8 ਨੂੰ ਜਦੋਂ ਅਸੀਂ 5 ਨਾਲ ਜੁੜਾਂਗੇ ਤਾਂ ਬਣਦੇ ਹੈ 13 ਠੀਕ ਹੈ। ਅੱਗੇ ਆ ਜਾਂਦਾ ਹੈ 13 ਸੋ 13 ਨੂੰ ਜਦੋਂ ਅਸੀਂ ਅੱਗੇ 8 ਦੇ ਨਾਲ ਜੋ ਕਿ ਸਾਡੀ 8 ਸੰਖਿਆ ਭਾਜ ਸੰਖਿਆ ਹੈਗੀ ਉਹਦੇ ਵਿੱਚ ਜੋੜਦੇ ਹਾਂ ਤਾਂ ਰਾਈਟ ਆਂਸਰ ਬਣਦਾ ਹੈ 21 ਠੀਕ ਹੈ। ਅੱਗੇ ਆ ਜਾਂਦਾ ਹੈ 21 ਔਰ 21 ਤੋਂ ਬਾਅਦ ਜਦੋਂ ਅਸੀਂ ਇਸ ਦੇ ਵਿੱਚ 13 ਨੰਬਰ ਅਭਾਜ ਸੰਖਿਆ ਜਿਹੜੀ ਆ ਉਹ ਜੋੜਦੇ ਹਾਂ ਤਾਂ ਰਾਈਟ ਆਂਸਰ ਬਣਦਾ ਹੈ 34 ਇੱਥੇ ਠੀਕ ਹੈ। ਅਭਾਜ ਸੰਖਿਆਵਾਂ ਜਿਹੜੀਆਂ ਉਹ ਯਾਦ ਰੱਖਣੀਆਂ ਨੇ ਕਿਹੜੀਆਂ ਕਿਹੜੀਆਂ ਨੇ, ਉਹਦੇ ਅਕੋਰਡਿੰਗ ਜਿਹੜਾ ਇਹ ਆਂਸਰ ਉਹ ਬਣਦਾ ਹੈਗਾ ਠੀਕ ਹੈ ਜੀ। ਜੀ ਸੋ 13 8 ਦਾ ਇਹ ਹੋ ਸੀਗਾ 7 ਨਹੀਂ ਸੀ ਇੱਥੇ ਠੀਕ ਹੈ ਜੀ। ਨੈਕਸਟ ਹੈ 9 ਨੰਬਰ 4 9 16 ਕੁਐਸਚਨ ਮਾਰਕ ਔਰ 36 ਔਰ 49 ਸੋ ਇਸ ਦਾ ਅੱਗੇ ਜਿਹੜਾ ਸੀਕੁਐਂਸ ਵਾਈਜ਼ ਕਿਵੇਂ ਕਰਨਾ ਆਪਾਂ। ਸੋ ਆਪਸ਼ਨ 1 ਹੈ 25, ਆਪਸ਼ਨ 2 ਹੈ 45, ਆਪਸ਼ਨ 3 ਹੈ 55 ਔਰ ਆਪਸ਼ਨ 4 ਹੈ 48। ਤਾਂ ਰਾਈਟ ਆਂਸਰ ਇਸ ਦਾ 34 ਰਹੂਗਾ। ਸੌਰੀ ਮਾਫੀ ਚਾਹੁੰਦਾ। ਸੋ ਰਾਈਟ ਆਂਸਰ ਜਿਹੜਾ ਇਸ ਦਾ 25 ਰਹਿਣਾ ਹੈ ਠੀਕ ਹੈ।
25 ਆਨਸਰ ਹੋਊਗਾ। ਕਿਵੇਂ ਰਹੂਗਾ 25 ਆਨਸਰ ਦਾ? ਸੋ ਅਸੀਂ ਦੇਖਦੇ ਹਾਂ ਕਿ ਇੱਥੇ ਜਿਹੜੀਆਂ ਸੰਖਿਆਵਾਂ ਨੇ, ਠੀਕ ਆ, ਉਸਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਕਨਕਲੂਡ ਕੀਤਾ ਹੈ। ਪਹਿਲੇ ਦੇ ਵਿੱਚ ਦੇਖਦੇ ਹਾਂ ਕਿ 4 ਆਇਆ ਹੈ, 4 2 ਗੁਣਾ 4, ਠੀਕ ਹੈ। ਇਸ ਤੋਂ ਅੱਗੇ 4, ਅੱਗੇ ਅਸੀਂ 3 ਆ ਜਾਂਦਾ ਹੈ, ਠੀਕ ਹੈ, 3 ਗੁਣਾ 3 9 ਆ ਜਾਂਦਾ ਹੈ ਇਸ ਤੋਂ ਬਾਅਦ, ਠੀਕ ਹੈ। ਦੂਸਰੀ ਲਾਈਨ ਤੀਸਰਾ ਆਉਂਦਾ ਹੈ 4 ਚੌਕੀ ਚੌਕੀ 16, ਇਸ ਚੀਜ਼ ਨੂੰ ਲਿਖਣਾ ਹੈ, ਠੀਕ ਹੈ। ਇਸ ਤੋਂ ਬਾਅਦ ਕਿੰਨਾ ਆਵੇਗਾ ਆਨਸਰ ਇਸਦਾ, ਠੀਕ ਹੈ। ਓਕੇ, ਅੱਗੇ ਅਸੀਂ ਕਿਵੇਂ ਕਰਾਂਗੇ ਇਸਨੂੰ ਕਿ 5 5 25, ਓਕੇ। ਸੰਖਿਆ ਕਿੰਨੀ ਆਵੇਗੀ, 25 ਆਵੇਗੀ। ਅੱਗੇ ਇਸਨੂੰ ਅਸੀਂ ਦੇਖਣਾ ਚੈੱਕ ਕਰਨਾ ਕਿਸ ਦੇ ਅਕੋਰਡਿੰਗ ਹੈ, ਤਾਂ ਅੱਗੇ ਆ ਜਾਊਗਾ ਸਿਕਮ 36, ਠੀਕ ਹੈ। ਔਰ ਇਸ ਤੋਂ ਅੱਗੇ 49 ਹੈ, ਤਾਂ 7 7 ਜਿਹੜਾ 49 ਹੈ। ਇਸ ਅਕੋਰਡਿੰਗ, ਇਸ ਸਿਧਾਂਤ ਦੇ ਅਕੋਰਡਿੰਗ ਜਿਹੜਾ ਇਹ ਕੰਮ ਕਰਦਾ ਹੈ, ਓਕੇ। ਨੈਕਸਟ ਹੈ ਤਾਂ ਰਾਈਟ ਆਂਸਰ ਦਾ 25 ਰਹੂਗਾ, 34 ਨਹੀਂ ਹੋਵੇਗਾ। ਨੈਕਸਟ ਹੈ 10 ਨੰबर 41 53 67 83 और क्वेश्चन मार्क, इसका ਜਿਹੜਾ राइट आंसर ਕੀ ਰਹੂਗਾ? ऑप्शन 1 है 101, ऑप्शन 2 है 111, ऑप्शन 3 है 91 ਅਤੇ ऑप्शन 4 है 121। ਰਾਈਟ ਆਂਸਰ ਇਹਦਾ 121। ਕਿਵੇਂ ਕੰਮ ਕੀਤਾ ਇਸ ਚੀਜ਼ ਨੇ, ਇਸ ਚੀਜ਼ ਨੂੰ ਸਮਝਣ ਦੇ ਲਈ ਆਪਾਂ ਦੇਖਦੇ ਹਾਂ ਕਿ ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਪਹਿਲੀ ਸੰਖਿਆ ਜਿਹੜੀ ਹੈ ਤੇ ਦੂਜੀ ਸੰਖਿਆ ਜਿਹੜੀ ਹੈ, ਠੀਕ ਹੈ, ਉਹਦੇ ਵਿੱਚ ਕੀ ਹੈ 12 ਦਾ ਫਰਕ ਪਾਇਆ ਜਾਂਦਾ ਹੈ ਪਹਿਲੀ ਤੇ ਦੂਜੀ ਦੇ ਵਿੱਚ। ਕਿਵੇਂ? ਅਗਰ 53 ਮਾਈਨਸ 41 ਕਰ ਦਿੱਤੇ ਜਾਣ ਤਾਂ ਕਿੰਨੇ ਬਣਦੇ ਹੈ 12, ਠੀਕ ਹੈ, 12 ਦਾ ਅੰਤਰ ਪਾਇਆ ਗਿਆ ਹੈ। ਦੂਸਰੀ ਦੀ ਗੱਲ ਕਰੀਏ ਤਾਂ ਦੂਸਰੀ ਸੰਖਿਆ ਦੇ ਵਿੱਚ ਅਸੀਂ ਗੱਲ ਕਰਾਂਗੇ 14 ਦਾ ਫਰਕ ਪਵੇਗਾ। ਕਿਵੇਂ ਪਵੇਗਾ? ਜਦੋਂ ਅਸੀਂ 67 ਦੇ ਵਿੱਚ 53 ਘਟਵਾਉਂਦੇ ਹਾਂ, ਠੀਕ ਹੈ, ਤਾਂ ਇਸ ਦੇ ਅਕੋਰਡਿੰਗ ਆਨਸਰ ਬਣਦਾ ਹੈ 14, ਠੀਕ ਹੈ। ਯਾਨੀ ਹੁਣ ਅਸੀਂ ਇਸ ਨੂੰ ਸੀਕੁਐਂਸ ਵਾਈਜ਼ ਕਰਨਾ ਹੈ। ਕਿਵੇਂ ਕਰਨਾ ਇਸ ਨੂੰ ਦੇਖੋ, ਸੋ ਅੱਗੇ 67 ਹੈ, ਸੋ 67 ਦੇ ਵਿੱਚੋਂ 83 ਹੈ, 83 ਦੇ ਵਿੱਚੋਂ ਅਸੀਂ 67 ਘਟਾਉਣੇ ਨੇ, ਆਨਸਰ ਕਿੰਨਾ ਆ ਜਾਊਗਾ 16 ਆ ਜਾਊਗਾ, ਠੀਕ ਹੈ। ਹੁਣ ਅੱਗੇ ਆਨਸਰ ਕਿਵੇਂ ਨਿਕਲੂਗਾ? ਇੱਥੇ ਦੇਖਿਆ ਅਸੀਂ ਇਹਦੇ ਵਿੱਚ ਘਟਾ ਕੇ ਕਿੰਨੇ ਬਣ ਗਏ 12 ਮਾਈਨਸ ਆਉਂਦੇ ਹੈਗੇ ਨਾ, ਯਾਨੀ ਕਿ 12 ਘਟ ਜਾਂਦੇ ਹੈਗੇ। ਅਗਰ ਅਸੀਂ ਇਸ ਨੂੰ ਪਹਿਲੀ ਸੰਖਿਆ ਨੂੰ ਦੂਜੀ ਦੇ ਵਿੱਚੋਂ ਘਟਾਉਣੀ ਹੈ, ਦੂਜੀ ਦੇ ਵਿੱਚੋਂ ਤੀਜੀ ਦੇ ਵਿੱਚੋਂ ਅਸੀਂ ਜੋ ਚੌਥੀ ਸੰਖਿਆ ਘਟਾਉਣੇ ਹੈਗੇ ਆਂਗੇ, ਠੀਕ ਹੈ, ਤਾਂ ਉਸ ਸੌਰੀ ਤੀਜੀ ਸੰਖਿਆ ਦੇ ਵਿੱਚ ਜਦੋਂ ਅਸੀਂ ਦੂਜੀ ਸੰਖਿਆ ਵਿੱਚ ਤੀਸਰੀ ਸੰਖਿਆ ਘਟਾਉਣੀ ਹੈ ਤਾਂ ਉਹਦੇ ਵਿੱਚ 14 ਦਾ ਆਨਸਰ ਆ ਜਾਂਦਾ ਹੈ। ਜਦੋਂ ਅਸੀਂ ਚੌਥੀ ਸੰਖਿਆ ਦੇ ਵਿੱਚੋਂ ਤੀਸਰੀ ਸੰਖਿਆ ਘਟਾਉਣੀ ਹੈ ਤਾਂ ਉਹਦਾ ਆਨਸਰ 16 ਆਉਂਦਾ। ਇਹ ਸੀਕੁਐਂਸ 12 14 16। ਹੁਣ ਇੱਥੇ ਕੀ ਹੈ ਕਿ 2 2 ਦਾ ਫਰਕ ਇਹਨਾਂ ਦੇ ਵਿੱਚ ਹੈ ਨਾ, ਸੋ 2 2 ਦੇ ਫਰਕ ਦੇ ਨਾਲ ਕਿਵੇਂ ਕਰਾਂਗੇ ਹੁਣ ਅਸੀਂ ਕਿ ਜਿਹੜਾ 83 ਹੈ ਉਹਦੇ ਵਿੱਚੋਂ ਅਸੀਂ ਇਸ ਤਰ੍ਹਾਂ ਦੀ ਸੰਖਿਆ ਘਟਾ ਕੇ ਕਿ ਬਾਕੀ ਜਿਹੜਾ ਉਹ 18 ਆ ਜਾਵੇ, ਹੈ ਨਾ। ਸੋ 18 ਪਲੱਸ ਕਰਨੇ ਪੈਣੇ ਸਾਨੂੰ ਇੱਥੇ ਨਾ, ਸੋ ਇੱਥੇ ਕੀ ਅਸੀਂ ਪਲੱਸ ਕਰਾਂਗੇ ਇਹਦੇ ਵਿੱਚ, ਕਿਉਂ ਕਰਾਂਗੇ? ਕਿਉਂਕਿ ਇਹ ਸੀਕੁਐਂਸ ਵਾਈਜ਼ ਜਿਹੜਾ ਇੱਥੇ ਉਹ ਚੇਂਜ ਹੋ ਜਾਣਾ ਹੈਗਾ ਗਾ। ਤਾਂ ਇਸ ਦੇ ਵਿੱਚ ਅਸੀਂ 18 ਜਿਹੜੇ ਉਹ ਪਲੱਸ ਕਰ ਦੇਣੇ ਹੈਗੇ ਇਹਦੇ ਵਿੱਚੋਂ ਅਸੀਂ, ਠੀਕ ਹੈ, ਸੀਕੁਐਂਸ ਵਾਈਜ਼ 12 14 16 18 ਦੇ ਵਿੱਚ ਪਲੱਸ ਕਰ ਦੇਵਾਂਗੇ ਤਾਂ 101 ਜਿਹੜਾ ਆਨਸਰ ਆ ਜਾਊਗਾ ਇੱਥੇ, ਓਕੇ। ਨੈਕਸਟ ਹੈ 11 ਨੰबर 4 8 24 96 और क्वेश्चन मार्क है ना। सो इसका ਜਿਹੜਾ ਕੀ ਸੀਕੁਐਂਸ ਨਿਕਲੂਗਾ? ਸੋ ਆਪਸ਼ਨ 1 ਹੈ 180, ਆਪਸ਼ਨ 2 ਹੈ 480, ਆਪਸ਼ਨ 3 ਹੈ 120 ਅਤੇ ਆਪਸ਼ਨ 4 ਹੈ 130। ਸੋ ਇੱਥੇ ਰਾਈਟ ਆਨਸਰ ਜਿਹੜਾ ਆਉਣਾ ਇਸਦਾ ਉਹ 480 ਨੰਬਰ ਆਵੇਗਾ। ਸੋ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਜਿਹੜੀਆਂ ਨੇ ਦੋ ਸੰਖਿਆਵਾਂ ਜਿਹੜੀਆਂ ਉਹ ਕੰਮ ਕਰਦੀਆਂ ਨੇ, ਦੋ ਸੰਖਿਆ ਲੜੀਆਂ ਜਿਹੜੀਆਂ ਉਹ ਕੰਮ ਕਰਦੀਆਂ ਹੈਗੀਆਂ ਨੇ। ਕਿਵੇਂ ਹੈ ਨਾ, ਸੋ ਦੇਖਦੇ ਹਾਂ ਇਸ ਚੀਜ਼ ਨੂੰ ਕਿ ਗੁਣਾ ਕੀਤਾ ਹੈਗਾ ਇਸ ਦੇ ਵਿੱਚ। ਪਹਿਲਾ ਆ ਜਾਂਦਾ ਹੈ 4, ਸੋ 4 ਨੂੰ ਅਸੀਂ ਕੀ ਕਰਾਂਗੇ 2 ਦੇ ਨਾਲ ਗੁਣਾ ਕਰਾਂਗੇ, ਕਿੰਨਾ ਬਣਦਾ ਹੈ 8 ਬਣਦਾ ਹੈ, ਠੀਕ ਹੈ। ਇਸ ਤੋਂ ਬਾਅਦ 8 ਆਉਂਦਾ ਹੈ, ਸੋ 8 ਨੂੰ ਅਸੀਂ ਕੀ ਕਰਾਂਗੇ 3 ਦੇ ਨਾਲ ਗੁਣਾ ਕਰਾਂਗੇ, ਕਿੰਨਾ ਬਣਦਾ ਹੈ 24 ਬਣਦਾ ਹੈ। ਹੁਣ ਕੀ ਹੋ ਗਿਆ 1 2, ਇਹ ਸੀਕੁਐਂਸ ਵਾਈਜ਼ ਚੱਲਦਾ। ਹੁਣ ਇਸੇ ਦੇ ਅਕੋਰਡਿੰਗ ਅਸੀਂ ਕੰਮ ਕਰਾਂਗੇ। ਕਿਵੇਂ ਕਿ ਹੁਣ 24 ਆਇਆ ਹੈ ਤਾਂ ਅੱਗੇ ਅਸੀਂ 24 ਨੂੰ ਗੁਣਾ ਕਰਾਂਗੇ 4 ਦੇ ਨਾਲ, ਠੀਕ ਹੈ, ਕਿੰਨਾ ਆਨਸਰ ਬਣ ਗਿਆ ਹੈ 96 ਬਣ ਗਿਆ ਹੈ। ਹੁਣ ਅੱਗੇ ਇੱਥੇ 2 3 4 ਇੱਥੇ ਹੋਊਗਾ 5, ਠੀਕ ਹੈ, 5 ਨੂੰ ਅੱਗੇ ਕੀ ਕਰਾਂਗੇ ਅਸੀਂ 96 ਦੇ ਨਾਲ ਗੁਣਾ ਕਰਾਂਗੇ, ਤੇ 96 ਦੇ ਨਾਲ ਗੁਣਾ ਕਰੇ ਤੋਂ ਕਿੰਨਾ ਆਉਂਦਾ ਹੈਗਾ 480 ਆਉਂਦਾ ਹੈਗਾ ਗਾ, ਠੀਕ ਹੈ। ਤੇ ਇਹਦੇ ਅਕੋਰਡਿੰਗ ਰਾਈਟ ਆਨਸਰ ਜਿਹੜਾ ਉਹ B ਬਣ ਜਾਵੇਗਾ। ਇਸ ਅਕੋਰਡਿੰਗ ਜਿਹੜਾ ਇਸਨੂੰ ਅਸੀਂ ਸੀਕੁਐਂਸ ਵਾਈਜ਼ ਕਰ ਲੈਤਾ ਹੈ। नेक्स्ट है 12 नंबर 799 678 567 567 456 ਤੇ 345। ਸੋ ਕੁਐਸਚਨ ਮਾਰਕ ਆ ਗਿਆ ਹੈ ਨੈਕਸਟ। ਸੋ इसका राइट आंसर है। सो ऑप्शन 1 है 224, ऑप्शन 2 है 234, ऑप्शन 3 है 214 ਅਤੇ ऑप्शन 4 है 233, ਠੀਕ ਹੈ। ਸੋ ਰਾਈਟ ਆਨਸਰ ਇਸਦਾ ਕਿਵੇਂ ਆਵੇਗਾ ਦੇਖਦੇ ਹਾਂ ਇਸ ਨੂੰ।
ਸੋ ਇੱਥੇ ਦੇਖਦੇ ਹਾਂ ਪਹਿਲੀ ਸੰਖਿਆ ਤੇ ਦੂਜੀ ਸੰਖਿਆ ਜੀ ਉਹਦੇ ਵਿੱਚ 111 ਦਾ ਫਰਕ ਹੈਗਾ ਗਾ, ਕਿਵੇਂ ਆ ਦੇਖਦੇ ਹਾਂ ਹੈ ਨਾ। ਸੋ ਰਾਈਟ ਆਂਸਰ ਹੈ ਜਿਹੜਾ ਉਹ 234 ਸੀ ਇਸਦਾ। ਕਿਵੇਂ ਆਇਆ ਇਹ 234 ਆਂਸਰ ਇਸਦਾ? ਫਸਟ ਰਕਮ ਲੈਣੀ ਆਪਾਂ 799 678 ਮਾਈਨਸ ਕਰਨਾ ਇਸ ਦੇ ਵਿੱਚੋਂ ਅਸੀਂ, ਤਾਂ ਰਾਈਟ ਆਂਸਰ ਆਊਗਾ 111, ਠੀਕ ਹੈ, ਮਾਈਨਸ ਕਰਕੇ। ਇਸ ਤੋਂ ਬਾਅਦ ਦੂਸਰੀ ਸੰਖਿਆ ਲੈਣੀ ਹੈਗੀ 678 ਮਾਈਨਸ 567, ਠੀਕ ਹੈ। ਇਹਦੇ ਵਿੱਚ ਕਿੰਨਾ ਅੰਤਰ ਆ ਗਿਆ 111 ਦਾ ਇਸ ਦੇ ਵਿੱਚ ਵੀ। ਇਸ ਤੋਂ ਬਾਅਦ ਅਸੀਂ ਤੀਸਰੀ ਸੰਖਿਆ ਲੈਣੀ ਹੈਗੀ 567 ਮਾਈਨਸ 456, ਠੀਕ ਹੈ। ਸੋ ਇਹ ਡਬਲ ਆਈ ਹੋਈ ਹੈ, ਸੋ ਇਸ ਨੂੰ ਧਿਆਨ ਰੱਖਣਾ। ਇਸ ਤੋਂ 456 ਅਸੀਂ ਮਾਈਨਸ ਕਰਦੇ ਹਾਂ, ਕਿੰਨਾ ਆਵੇਗਾ 111, ਠੀਕ ਹੈ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਦੋ ਸੰਖਿਆਵਾਂ ਰਹਿ ਗਈਆਂ ਨੇ, ਠੀਕ ਹੈ। ਹਾਲਾਂਕਿ ਇਸ ਦੇ ਅਕੋਰਡਿੰਗ ਦੀ ਕਹਿ ਸਕਦੇ ਹਾਂ ਵੱਧਦੇ ਜਾ ਰਹੇ ਸੀ, ਬਟ ਇੱਥੇ ਘਟਣੇ ਸ਼ੁਰੂ ਹੋ ਗਏ ਨੇ, ਠੀਕ ਹੈ। ਇਹ ਚੀਜ਼ ਨੂੰ ਧਿਆਨ ਰੱਖਣਾ। ਇਸ ਦੇ ਅਕੋਰਡਿੰਗ ਜਿਹੜਾ ਉਹ ਕੰਮ ਕਰ ਰਹੇ ਸੀ ਨਾ, ਠੀਕ ਹੈ। ਇੱਥੇ ਦੇਖਦੇ ਹਾਂ, ਇੱਥੇ 780 600 500 555, ਠੀਕ ਹੈ। ਇਸ ਤਰੀਕੇ ਨਾਲ ਇਹ ਘਟ ਰਹੇ ਹੈਗੇ ਨੇ। ਹੁਣ ਅੱਗੇ ਇਸ ਨੂੰ ਅਸੀਂ ਘਟਾਉਣ ਦੇ ਲਈ ਕੀ ਕਰਾਂਗੇ ਕਿ ਜਿਹੜਾ 456 ਹੈ, ਠੀਕ ਹੈ, 456 ਹੈ, ਇਸ ਦੇ ਵਿੱਚੋਂ ਅਸੀਂ 111 ਜਿਹੜੀ ਆ ਉਹ ਮਾਈਨਸ ਕਰਾਂਗੇ। 111 ਜਦੋਂ ਅਸੀਂ ਮਾਈਨਸ ਕਰਾਂਗੇ ਤਾਂ 345 ਆਵੇਗਾ, ਠੀਕ ਹੈ। ਕਿਉਂ ਆਵੇਗਾ ਤੁਸੀਂ ਇਸ ਸੀਕੁਐਂਸ ਵਾਈਜ਼ ਨੂੰ ਚੈੱਕ ਕਰਨਾ ਹੋ ਕਿ ਇੱਥੇ ਆਂਸਰ ਚੇਂਜ ਕਿਵੇਂ ਹੋਗਾ। ਕਈ ਵਾਰੀ ਹੁੰਦਾ ਕਿ ਸਾਰੀ ਚੀਜ਼ ਅਕੋਰਡਿੰਗ ਚੱਲਣੀ, ਬਟ ਲਾਸਟ ਤੇ ਆ ਕੇ ਜਿਹੜਾ ਚੇਂਜ ਕਰ ਦਿੰਦੇ ਹਨ। ਸੋ ਇੱਥੇ ਉਹੀ ਚੇਂਜ ਕੀਤਾ ਹੋਇਆ। ਹੁਣ ਅਸੀਂ ਇਹਦੇ ਵਿੱਚ ਕੀ ਕੀਤਾ ਹੈ ਕਿ 456 ਦੇ ਵਿੱਚੋਂ ਘਟਾ ਦਿੱਤੇ 111 ਤਾਂ 345 ਆ ਗਏ ਹੈਗੇ ਨੇ। ਹੁਣ ਅੱਗੇ ਅਸੀਂ ਹੈਗਾ 345 ਦੇ ਵਿੱਚੋਂ ਮਾਈਨਸ ਕਰਾਂਗੇ 111 ਤਾਂ ਆਂਸਰ ਆਵੇਗਾ 245, ਸੌਰੀ 234, ਠੀਕ ਹੈ। ਇਸ ਅਕੋਰਡਿੰਗ ਜਿਹੜਾ ਅਸੀਂ ਸਹੀ ਕਰ ਲਵਾਂਗੇ ਤਾਂ ਆਪਸ਼ਨ ਦੇ ਵਿੱਚ ਜਿਹੜਾ ਦਿਸੂਗਾ ਤੁਹਾਨੂੰ ਉਹ ਪਤਾ ਲੱਗ ਜਾਵੇਗਾ ਕਿ ਰਾਈਟ ਆਂਸਰ ਇੱਥੇ ਕਿਹੜਾ ਹੈ। ਤਾਂ ਇੱਥੇ ਬੀ ਆਂਸਰ ਰਾਈਟ ਬਣ ਜਾਣਾ ਇਸਦਾ। ਓਕੇ, ਇਹ ਚੀਜ਼ਾਂ ਤੁਹਾਨੂੰ ਕਨਫਿਊਜ਼ ਕਰਨ ਵਾਲੀਆਂ ਹੋਣਗੀਆਂ, ਬਟ ਤੁਸੀਂ ਜਿਵੇਂ ਜਿਵੇਂ ਪ੍ਰੈਕਟਿਸ ਕਰੋਗੇ ਉਵੇਂ ਸਿੱਖਦੇ ਜਾਓਗੇ। ਨੈਕਸਟ ਹੈ 13 ਨੰਬਰ 7 14 14 21 28 28 ਕੁਐਸਚਨ ਮਾਰਕ। ਸੋ ਇਸ ਦੇ ਵਿੱਚ ਕੀ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਆਂਸਰ ਆਉਂਦਾ ਹੈ। ਸੋ ਆਪਸ਼ਨ 1 ਹੈ 47, ਆਪਸ਼ਨ 2 ਹੈ 49, ਆਪਸ਼ਨ 3 ਹੈ 35 ਅਤੇ ਆਪਸ਼ਨ 4 ਹੈ 56। ਰਾਈਟ ਆਂਸਰ ਇਸ ਦਾ 35 ਹੈ। ਸੋ 35 ਕਿਵੇਂ ਆਇਆ ਹੈ ਦੇਖਦੇ ਹਾਂ। ਸੋ ਪਹਿਲਾ ਹੈ 7, ਠੀਕ ਹੈ। ਸੋ 7 ਨੂੰ ਆਪਾਂ ਛੱਡ ਦੇ 7 1 7 ਆ ਗਿਆ। ਇਸ ਤੋਂ ਬਾਅਦ 7 दूनी 14, ठीक है। फिर 14 आ गया है दोबारा, सो 14 एकम 14 आ गया है, ठीक है। इस तो बाद ਅਸੀਂ ਇਸ ਨੂੰ ਕੀ ਕਰਾਂਗੇ 21 ਆਇਆ ਹੋਇਆ। ਸੋ 21 ਕਿਵੇਂ ਆਇਆ ਹੈ ਸੋ ਦੇਖਦੇ ਹਾਂ। 7 ਤੀਆ 21, ਠੀਕ ਹੈ। 7 ਤੀਆ 21 ਆ ਗਿਆ ਹੈਗਾ। ਹੁਣ ਅੱਗੇ 28 ਆਇਆ ਹੋਇਆ। ਸੋ 28 ਕਿਵੇਂ ਆਇਆ ਹੋਇਆ ਹੈ ਦੇਖਦੇ ਹਾਂ ਇਸ ਚੀਜ਼ ਨੂੰ। 28 ਕਿਵੇਂ ਆਇਆ 7 ਚੌਕਾ 28, सीक्वेंस वाइज हो गया ना। सो 1 7 एकम 7 14 एकम, ठीक है, एकम होगा सी इस तरीके नाल 7 एकम 7 आ गया सी, 7 दूनी 14 हो गया सी। सो ये की हो गया सीक्वेंस वाइज बन गई सी। इस तो बाद 14 एकम 14, ठीक है, ये एक सिंगल वर्सन सी ये छड़ दिता इदां आपां हूं। और इस तो बाद की कह सकते हैं कि 7 तो 7 या 21 आ गया और 7 चौका जिहड़ा 28 आ गया है। सो इत्थे सीक्वेंस वाइज हो गया इस तरीके नाल, ठीक है। हुण 7 चौका 28 तो बाद की करना है कि अगे 28 ऑप्शन दोबारा दिता हुआ इन्होंने, ठीक है। उसनूं करना कि 28 एकम 28 जिहड़ा आ गया इत्थे ना, ठीक है। हुण 28 तो बाद असीं की करना है कि इहदा आंसर किस तरीके नाल करना है कि सानूं इत्थे देखना पवेगा कि किहड़ा आंसर राइट बनदा है। तो इहदा राइट आंसर इत्थे 7 गुणा 5 यानी कि 7 पाया 35 इत्थों अगे जिहड़ा आंसर बनेगा इहदे विच, ठीक है। क्योंकि 7 वाली सीक्वेंस वाइज ही चलदी आउंदी हैगी है, इस अकॉर्डिंग है। सो इत्थे 2 3 हो गया सी, फिर 4 हो गया सी, फिर एकम आ गया सी ना इत्थे, और इस तो बाद 5 आ गया सीगा, ठीक है। 7 एक 7वां एकम हो गया, 7 दूनी 14 हो गया, ठीक है। इस तरीके नाल सीक्वेंस वाइज 1 2 3 4 और 5, ठीक है। इत्थे 5 नाल असीं गुणा करांगे तो 7 5 जिहड़ा वो 35 आ जाएगा। नैक्सट है 4 नंबर 14 नंबर 45 47 49 52 54 56 59। सो अगली संख्या इस दे विच की होवेगी। सो ऑप्शन 1 है 64, ऑप्शन 2 है 63, ऑप्शन 3 है 61 ਅਤੇ ऑप्शन 4 है 62। सो इत्थे देखदे हां कि ਅਸੀਂ ਪਹਿਲੀਆਂ ਸੰਖਿਆਵਾਂ ਦੇ ਵਿੱਚ 2 ਜੋੜਨ ਦੇ ਨਾਲ ਜਿਹੜੀ ਉਹ ਕਹਿੰਦੇ ਅਗਲੀ ਸੰਖਿਆ ਪ੍ਰਾਪਤ ਹੁੰਦੀ ਹੈਗੀ ਇੱਥੇ ਨਾ। ਔਰ ਇਹੀ ਕਰਮ ਜਿਹੜਾ ਉਹ ਕਹਿ ਸਕਦੇ ਆ ਅਗਲੀਆਂ ਸੰਖਿਆਵਾਂ ਦੇ ਵਿੱਚ ਵੀ ਕੰਮ ਕਰਦੇ ਹੈਗੇ ਆ। ਤੇ 2 ਸੰਖਿਆਵਾਂ ਦੇ ਬਾਅਦ ਵਾਰ ਕਹਿੰਦੇ 3 ਜੋੜ ਦੇਣ ਦੇ ਨਾਲ ਅਗਲੀ ਸੰਖਿਆ ਪ੍ਰਾਪਤ ਹੁੰਦੀ ਹੈ। 2 ਸੰਖਿਆ ਤੋਂ ਬਾਅਦ ਅਗਲੇ 3 ਸੰਖਿਆਵਾਂ ਜੋੜਦੇ ਆ, ਫਿਰ ਉਹ ਸੰਖਿਆ ਜਿਹੜੀ ਉਹ ਪ੍ਰਾਪਤ ਹੁੰਦੀ ਹੈਗੀ। ਉਸ ਤੋਂ ਬਾਅਦ ਫਿਰ ਉਹੀ ਤਰੀਕੇ ਨਾਲ ਜਿਹੜਾ ਉਹ ਸੀਕੁਐਂਸ ਵਾਈਜ਼ ਕੰਮ ਕਰਨ ਲੱਗ ਜਾਂਦੀ ਹੈ। ਕਿਵੇਂ 45 ਹੈ, ਠੀਕ ਹੈ। 45 ਦੇ ਵਿੱਚ ਜਦੋਂ ਅਸੀਂ 2 ਜੋੜਦੇ ਹਾਂ ਤਾਂ 47 ਆ ਜਾਂਦੀ ਹੈਗੀ ਹੈ, ਯਾਨੀ ਕਿ ਅਗਲੀ ਸੰਖਿਆ ਪ੍ਰਾਪਤ ਹੋ ਗਈ ਹੈ।
ਇਸ ਤੋਂ ਬਾਅਦ ਫਿਰ ਅਸੀਂ 47 ਦੇ ਵਿੱਚ 2 ਜੋੜਦੇ ਹਾਂ ਤਾਂ 49 ਸੰਖਿਆ ਪ੍ਰਾਪਤ ਹੋ ਜਾਂਦੀ ਹੈਗੀ। ਉਸ ਤੋਂ ਬਾਅਦ ਫਿਰ ਕੀ ਕਰਦੇ ਹਾਂ 52 ਜਿਹੜੀ ਸੰਖਿਆ ਕਿਵੇਂ ਪ੍ਰਾਪਤ ਹੋਈ ਹੈ ਤਾਂ ਇੱਥੇ ਅਸੀਂ 49 ਦੇ ਵਿੱਚ ਕੀ ਕਰਾਂਗੇ 3 ਜੋੜ ਦਿੱਤੇ ਆ। 49 ਨੂੰ 3 ਜੋੜਨ ਦੇ ਨਾਲ ਕੀ ਹੋ ਗਿਆ ਸਾਨੂੰ 52 ਜਿਹੜੇ ਉਹ ਪ੍ਰਾਪਤ ਹੋ ਗਿਆ। ਹੁਣ ਸੀਕੁਐਂਸ ਵਾਈਜ਼ ਚੱਲਦਾ ਹੈ 54 ਤੋਂ ਦੁਬਾਰਾ ਤੋਂ, ਠੀਕ ਹੈ। ਹੁਣ 54 ਦੇ ਵਿੱਚ ਅਸੀਂ 2 ਜੋੜਦੇ ਹਾਂ ਤਾਂ 56 ਬਣ ਜਾਂਦੇ ਹੈ, ਠੀਕ ਹੈ। ਅੱਗੇ ਅਸੀਂ 56 ਦੇ ਵਿੱਚ 3 ਜੋੜਦੇ ਹਾਂ ਤਾਂ 59 ਬਣ ਜਾਂਦਾ ਹੈ, ਠੀਕ ਹੈ। ਅੱਗੇ ਸੰਖਿਆ ਕੀ ਹੈ 59। 59 ਦੇ ਵਿੱਚ ਜਦੋਂ ਅਸੀਂ 2 ਜੋੜਦੇ ਹਾਂ ਤਾਂ ਇਹ ਬਣ ਜਾਂਦਾ ਹੈ 61, ਠੀਕ ਹੈ। ਇਹ ਸੀਕੁਐਂਸ ਵਾਈਜ਼ ਜਿਹੜਾ ਇਹ ਕੰਮ ਕਰਦਾ ਹੈ ਇੱਥੇ, ਠੀਕ ਹੈ। ਸੋ ਪਹਿਲੇ ਦੇ ਵਿੱਚ 3 2 ਵਾਰੀ ਕੰਮ ਕੀਤਾ, ਫਿਰ ਇਸ ਤੋਂ ਬਾਅਦ 3 ਆ ਗਿਆ ਹੈ, ਠੀਕ ਹੈ। ਇਸ ਤੋਂ ਬਾਅਦ ਸੰਖਿਆ ਜਿਹੜੀ ਹੈਗੀ 2 ਜੋੜੇ ਗਏ ਨੇ, ਇਸ ਤੋਂ ਬਾਅਦ ਫਿਰ 3 ਜੋੜੇ ਗਏ ਨੇ, ਔਰ ਉਸ ਤੋਂ ਬਾਅਦ ਫਿਰ ਜਿਹੜੇ ਆ 2 ਜੋੜੇ ਗਏ ਨੇ, ਜਾਣੀ ਕਿ 2 ਸੰਖਿਆਵਾਂ ਜਿਹੜੀਆਂ ਇੱਥੇ ਜੁੜਨੀਆਂ ਇਸ ਦੇ ਵਿੱਚ, ਠੀਕ ਹੈ। ਇਸ ਦੇ ਅਕੋਰਡਿੰਗ 41 ਆਂਸਰ ਆਵੇਗਾ ਇਸਦਾ। ਨੈਕਸਟ ਹੈ 15 ਨੰਬਰ। ਸੋ 16 30 32 60 ਕੁਐਸਚਨ ਮਾਰਕ ਔਰ 120। ਸੋ ਇਸਦਾ ਆਂਸਰ ਕੀ ਹੋਵੇਗਾ 64 ਹੋਵੇਗਾ, 72 ਹੋਵੇਗਾ, 28 ਹੋਵੇਗਾ ਜਾਂ ਫਿਰ 78 ਹੋਵੇਗਾ। ਸੋ ਸਮਝਦੇ ਇਸ ਨੂੰ, ਰਾਈਟ ਆਂਸਰ ਇਸਦਾ ਜਿਹੜਾ 64 ਬਣੂਗਾ। ਸੋ ਕਿਵੇਂ ਬਣੂਗਾ 64? ਕਿੱਥੇ ਜਿਹੜੀਆਂ 2 ਲੜੀਆਂ ਕੰਮ ਕਰਦੀਆਂ ਹੈਗੀਆਂ ਨੇ, ਪਹਿਲਾ ਆ ਜਾਂਦਾ ਹੈ 16 ਵਾਲੀ ਲੜੀ 16 32, ਠੀਕ ਹੈ। ਦੂਸਰੀ ਲੜੀ ਆ ਜਾਂਦੀ ਹੈ 30 ਅਤੇ 60 ਵਾਲੀ ਔਰ 120 ਵਾਲੀ, ਠੀਕ ਹੈ। ਸੋ ਪਹਿਲੇ ਦੇ ਵਿੱਚ ਪਹਿਲੀ ਲੜੀ ਨੂੰ ਲੈਣੀ ਆਪਾਂ, ਉਹਦੇ ਵਿੱਚ ਹੈ 16 ਏਕਮ 16 ਹੋ ਗਿਆ, ਠੀਕ ਹੈ। ਇਸ ਤੋਂ ਬਾਅਦ 16 ਗੁਣਾ 2 32 ਆਂਸਰ ਆ ਗਿਆ ਹੈ, ਠੀਕ ਹੈ। ਇਸ ਤੋਂ ਬਾਅਦ 32 ਹੈ, ਸੋ 32 ਨੂੰ ਅਸੀਂ 2 ਨਾਲ ਗੁਣਾ ਕਰਾਂਗੇ ਤੇ 64 ਆ ਜਾਊਗਾ, ਠੀਕ ਹੈ। ਅੱਗੇ 30 ਆ ਜਾਊਗਾ, 30 ਨੂੰ ਅਸੀਂ ਗੁਣਾ ਕਰਾਂਗੇ 2 ਨਾਲ ਤਾਂ 60 ਆ ਜਾਊਗਾ, ਔਰ 60 ਨੂੰ ਅਸੀਂ ਜਦੋਂ 60 ਆ ਜਾਊਗਾ, ਔਰ 60 ਨੂੰ ਜਦੋਂ ਅਸੀਂ 2 ਨਾਲ ਗੁਣਾ ਕਰਦੇ ਹਾਂ ਤਾਂ 120 ਆਂਸਰ ਆ ਜਾਵੇਗਾ ਇਸਦਾ, ਠੀਕ ਹੈ। ਇਹ ਸੀਕੁਐਂਸ ਵਾਈਜ਼ ਕੰਮ ਕਰਦੀ ਰਹੀ ਹੈ। 16 ਨੂੰ ਗੁਣਾ ਕੀਤਾ, ਠੀਕ ਹੈ, ਔਰ 32, ਠੀਕ ਹੈ। ਸੋ 30 ਜਿਹੜਾ ਇੱਥੇ ਕਹਿ ਸਕਦੇ ਇੱਕ ਤਰੀਕੇ ਦੇ ਨਾਲ ਅੱਗੇ ਜੁੜਦਾ ਇਹਨਾਂ ਦੇ ਨਾਲ, ਠੀਕ ਹੈ। ਜਿਵੇਂ ਕਿ 30 60 ਔਰ 120 ਇਸ ਦੇ ਨਾਲ ਜੁੜਦਾ ਹੈ। 16 ਤੇ 16 ਜਿਹੜੇ ਉਹ 32 ਆ ਗਿਆ। ਇਹ ਇਸੇ ਅਕੋਰਡਿੰਗ ਗੁਣਾ ਕਰਕੇ ਜਿਹੜਾ ਕੰਮ ਕਰਦੇ ਆ ਰਿਹਾ ਸੀਗਾ, ਇਹਦੇ ਅਕੋਰਡਿੰਗ ਇਹ ਆਂਸਰ ਬਣੇਗਾ, ਠੀਕ ਹੈ। 16 ਦੇ 16 32, ਠੀਕ ਹੈ। 30 ਤੇ 30 60, 60 ਤੇ 60 120, ਠੀਕ ਹੈ। ਤੇ ਇੱਥੇ ਕਿੰਨਾ ਹੋਣਾ ਚਾਹੀਦਾ ਹੈ 64 ਆਉਣਾ ਚਾਹੀਦਾ ਹੈ। ਸੋ ਇਹ ਕਿਸ ਦੇ ਅਕੋਰਡਿੰਗ ਆਵੇਗਾ? ਸੋ ਇਹ 3 ਸੰਖਿਆਵਾਂ ਬਣੀਆਂ ਸੀ ਇੱਥੇ ਨਾ, 2 ਪੂਰੀਆਂ 2 ਰਹਿੰਦੀਆਂ ਸੀ ਦੂਰੀਆਂ, 3 ਜਿਹੜੀਆਂ ਉਹ ਪੂਰੀਆਂ ਸੀ 30 60 ਔਰ 20, ਠੀਕ ਹੈ। ਇਹਨਾਂ ਦਾ ਡਬਲ ਹੋ ਗਿਆ ਸੀ, ਬਟ 16 32 ਤੇ 32 ਦਾ 64 ਜਿਹੜਾ ਉਹ ਡਬਲ ਇੱਥੇ ਰਹਿੰਦਾ ਸੀਗਾ, ਇੱਥੇ ਇਹ ਚੀਜ਼ ਸੀ। ਨੈਕਸਟ ਹੈ 16 ਨੰਬਰ YCL MQZ AEN ਕੁਐਸਚਨ ਮਾਰਕ। ਸੋ ਇਹ 3 ਸ਼ਬਦਾਂ ਵਾਲੇ ਇੰਗਲਿਸ਼ ਵਾਲੇ ਹੁੰਦੇ ਨੇ, ਬੜੇ ਈਜ਼ੀ ਹੁੰਦੇ ਨੇ, ਬਟ ਥੋੜਾ ਜਿਹਾ ਮਾਈਂਡ ਇਸ ਦੇ ਵਿੱਚ ਆਪਾਂ ਨੂੰ ਯੂਜ਼ ਕਰਨਾ ਪੈਂਦਾ ਹੈ। ਸੋ ਆਪਸ਼ਨ ਕਿੰਨ ਇਸਦਾ ਹੈ OSV ਇਸਦਾ ਰਾਈਟ ਹੋਵੇਗਾ, ਆਪਸ਼ਨ 2 ਹੈ PUE ਰਹੇਗਾ, ਔਰ ਆਪਸ਼ਨ 3 ਹੈ MPX ਰਹੇਗਾ, ਅਤੇ ਆਪਸ਼ਨ 4 ਹੈ OTC ਰਹੇਗਾ। ਸੋ ਇਹਦੇ ਲਈ ਤੁਹਾਨੂੰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਲਈ ਪੂਰੀ ਜਿਹੜੀ ਰਫ ਕੰਮ ਦੇ ਲਈ ਤੁਹਾਨੂੰ ਜਿਹੜੀ ਸ਼ੀਟ ਮਿਲੇਗੀ ਉਹਦੇ ਉੱਪਰ ਸਾਰੀ ABC ਜਿਹੜੀ ਉਹ ਲਿਖ ਲੈਣੀ ਹੈਗੀ ਹੈ। ਉਹਦੇ ਨਾਲ ਹੀ ਤੁਸੀਂ ਉਸਦਾ ਸੀਕੁਐਂਸ ਵਾਈਜ਼ ਲਿਖ ਲੈਣਾ ਹੈ ਕਿ 1 ਨੰਬਰ ਦੇ ਉੱਪਰ A ਹੈ, 2 ਦੇ ਉੱਪਰ B ਹੈ ਨਾ, ਸੋ ਉਸਨੂੰ ਸੀਕੁਐਂਸ ਵਾਈਜ਼ ਕਰਨਾ। ਉਹਦੇ ਅਕੋਰਡਿੰਗ ਤੁਸੀਂ ਜਿਹੜਾ ਇਸਦਾ ਆਂਸਰ ਉਹ ਕੱਢ ਸਕਦੇ ਹੈਗੇ ਹੋਗੇ। ਸੋ ਜ਼ਿਆਦਾ ਨਹੀਂ ਲਿਖਾਂਗੇ ਕਿਉਂਕਿ ਜ਼ਿਆਦਾ ਦੂਰ ਪੈ ਜਾਏਗਾ, ਜ਼ਿਆਦਾ ਲੰਮਾ ਪੈ ਜਾਏਗਾ ਪ੍ਰੋਸੈਸ, ਲਿਖਿਆ ਨਹੀਂ ਜਾਣਾ ਇਹਦੇ ਉੱਪਰ। ਤਾਂ ਇਸ ਚੀਜ਼ ਨੂੰ ਆਪਾਂ ਸਮਝਦੇ ਹਾਂ, ਤੁਸੀਂ ਇਸ ਨੂੰ ਆਪਣੀ ਕਾਪੀ ਦੇ ਉੱਪਰ ਜਿਹੜਾ ਟਰਾਈ ਕਰਕੇ ਦੇਖ ਲੈਣਾ ਕਿਸ ਤਰੀਕੇ ਨਾਲ ਇਹ ਕੰਮ ਕਰ ਰਿਹਾ ਸੀਗਾ। ਤਾਂ YCL, ਠੀਕ ਹੈ। ਅਗਰ ਅਸੀਂ YCL ਦੀ ਗੱਲ ਕਰੀਏ, ਠੀਕ ਹੈ, ਇਸ ਦੇ ਅਕੋਰਡਿੰਗ ਆਪਾਂ ਨੂੰ ਅੱਗੇ ਸੀਕੁਐਂਸ ਵਾਈਜ਼ ਬਣੇ Y ਤੇ C, ਇਸ ਦੇ ਵਿੱਚ ਜਿਹੜਾ ਫਰਕ ਹੈ ਉਹ ਪਹਿਲੇ 3 ਅੱਖਰਾਂ ਦਾ ਹੈਗਾ, ਜਾਣੀ ਕਿ 3 ਅੱਖਰਾਂ ਦੇ ਵਿੱਚ ਫਰਕ ਆ ਜਾਂਦਾ ਹੈ। ਜਿਸ ਤਰ੍ਹਾਂ ਕਿ ਅਸੀਂ ਪਿੱਛੇ ਤੋਂ ਚੱਲਾਂਗੇ, ਠੀਕ ਹੈ, ਜਾਣੀ ਕਿ YZA ਮੀਨਸ Y ਹੋ ਗਿਆ, Y ਤੋਂ ਅਗਲੇ 3 ਅੱਖਰ ਦੇਖਣੇ ਅਸੀਂ ਕੀ ਆਊਗਾ, Y ਤੋਂ ਬਾਅਦ Z A ਔਰ B, ਠੀਕ ਹੈ। ਮੀਨਸ ਇਹ 3 ਜਿਹੜੇ ਇਹਦੇ ਵਿੱਚ ਉਹ ਸ਼ਬਦ ਆ ਗਏ ਨੇਗੇ, ਠੀਕ ਹੈ। ਜਦੋਂ ਇਹਨਾਂ ਦੇ ਵਿੱਚ ਕੰਮ ਕਰਦੇ ਹਾਂ ਤਾਂ ਸਾਰੀ ਸੀਕੁਐਂਸ ਬਾਰੇ ਦੁਬਾਰਾ ABC ਜਿਹੜੀ ਸ਼ੁਰੂ ਹੁੰਦੀ ਹੈਗੀ, ਠੀਕ ਹੈ। ਯਾਨੀ ਕਿ Z ਤੋਂ ਬਾਅਦ A ਵੀ ਦੁਬਾਰਾ ਸ਼ੁਰੂ ਹੋ ਜਾਂਦਾ, ਇਹਦੇ ਅਕੋਰਡਿੰਗ ਹੀ ਆਂਸਰ ਬਣਦੇ ਹੁੰਦੇ ਹੈਗੇ ਨੇ। Y ਅਤੇ C ਦਾ ਕਿੰਨਾ ਹੋ ਗਿਆ 3 ਅੱਖਰਾਂ ਦਾ ਜਿਹੜਾ ਅੰਤਰ ਹੈਗਾ ਇੱਥੇ, ਠੀਕ ਹੈ। ਅੱਗੇ ਆ ਗਿਆ ਇੱਥੇ ਕੀ ਹੋ ਗਿਆ, ਪਹਿਲੇ ਤਾਂ ਅਸੀਂ ਦੇਖਦੇ ਹਾਂ, ਪਹਿਲੇ ਨੂੰ ਅਸੀਂ ਲੱਭਾਂਗੇ ਉਹਦੇ ਅਕੋਰਡਿੰਗ ਆਂਸਰ ਜਿਹੜੇ ਬਣਨਗੇ, ਠੀਕ ਹੈ। ਪਹਿਲੇ ਦੇ ਵਿੱਚ ਕੀ ਹੈ ਕਿ 3 ਅੱਖਰਾਂ ਦਾ ਅੰਤਰ ਹੈ ਇਹਦੇ ਵਿੱਚ। ਦੂਸਰਾ ਦਾ CL ਹੈ। ਸੋ ਹੁਣ CL ਦੇ ਵਿੱਚ ਕਿੰਨੇ ਅੱਖਰਾਂ ਦਾ ਅੰਤਰ ਹੈਗਾ ਗਾ, C ਤੇ L ਦੇ ਵਿੱਚ ਜਿਹੜਾ ਉਹ 8 ਅੱਖਰਾਂ ਦਾ ਆਂਸਰ ਹੈਗਾ ਗਾ, ਠੀਕ ਹੈ। ਮੀਨਸ C ਦੇ ਵਿੱਚ ਕੀ ਹੈ, C ਤੋਂ ਬਾਅਦ ਇਸ ਨੂੰ ਤੁਸੀਂ ਕਾਊਂਟ ਕਰ ਲੈਣਾ ਆਪਣੀ ਕਾਪੀ ਦੇ ਉੱਪਰ, C ਤੋਂ ਬਾਅਦ D E F G H I J K L।
ਸੋ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਉਹ 8 ਅੱਖਰਾਂ ਦਾ ਆਨਸਰ ਪੈ ਗਿਆ ਔਰ ਉਸ ਤੋਂ ਬਾਅਦ ਜਿਹੜੀ ਆ ਕਹਿ ਸਕਦੇ ਹੋ ਐਲ ਆਈ ਹੈ। ਹੁਣ ਅਗਲੇ ਜਿਹੜਾ ਉਹ ਵੀ ਇਸੇ ਤਰੀਕੇ ਦੇ ਨਾਲ ਇੱਥੇ ਕੰਮ ਕਰੂਗਾ। ਐਮ ਅਤੇ ਕਿਊ ਦੇ ਵਿੱਚ ਜਿਹੜਾ 3 ਅੱਖਰਾਂ ਦਾ ਆਨਸਰ ਆਊਗਾ, ਠੀਕ ਹੈ, ਔਰ ਕਿਊ ਤੇ ਜ਼ੈਡ ਦੇ ਵਿੱਚ ਅੱਗੇ 3 ਅੱਖਰਾਂ ਦਾ ਅੰਤਰ ਰਹੂਗਾ। ਫਿਰ ਇਸ ਤੋਂ ਬਾਅਦ ਏ ਈ ਆ ਗਿਆ ਹੈ ਨਾ, ਸੋ ਇਹਦੇ ਵਿੱਚ 3 ਦਾ ਰਹੂਗਾ। ਏ ਤੋਂ ਬਾਅਦ ਬੀ ਸੀ ਡੀ 3 ਅੱਖਰੇ ਦੇ ਵਿੱਚ ਆ ਗਏ। ਇਸ ਤੋਂ ਬਾਅਦ ਈ ਤੋਂ ਬਾਅਦ ਐਨ, ਫਿਰ ਇਸ ਦੇ ਵਿੱਚ ਜਿਹੜਾ 8 ਦੇ ਵਿੱਚ ਆਊਗਾ। ਹੁਣ ਅਸੀਂ ਇਹਨਾਂ ਦੇ ਵਿੱਚੋਂ ਦੇਖਣਾ ਕਿ 3 ਕਿਹੜੇ ਆ ਜਿਨ੍ਹਾਂ ਦੇ ਅਕੋਰਡਿੰਗ ਇਹ ਸੀਕੁਐਂਸ ਵਾਈਜ਼ ਜਿਹੜੇ ਉਹ ਕੰਮ ਕਰਦੇ ਹਨ। ਤਾਂ ਇੱਥੇ ਰਾਈਟ ਆਨਸਰ ਆ ਉਹ ਵਾਲਾ, ਠੀਕ ਹੈ, ਯਾਨੀ ਕਿ ਇਹ ਆਨਸਰ ਹੈ। ਸੋ ਉਹ ਕੀ ਹੈ, ਹੁਣ ਉਹ ਤੋਂ ਬਾਅਦ 3 ਅੱਖਰ ਕਿਹਦੇ ਵਿਚਕਾਰ ਆਉਣਗੇ, ਉਹ ਤੋਂ ਬਾਅਦ ਕੀ ਆਵੇਗਾ ਪੀ ਕਿਊ ਆਰ, ਠੀਕ ਹੈ, 3 ਅੱਖਰਾਂ ਦਾ ਅੰਤਰ ਪੈ ਗਿਆ ਤੇ ਪੀ ਕਿਊ ਆਰ, ਇਹ 3 ਅੱਖਰ ਹੋ ਗਏ ਔਰ 3 ਤੋਂ ਬਾਅਦ ਅਸੀਂ ਜੋੜਾਂਗੇ, ਠੀਕ ਹੈ, ਐਸ, ਠੀਕ ਹੈ, ਇਹ ਪੂਰਾ ਉਸ ਦੇ ਅਕੋਰਡਿੰਗ ਜਿਹੜਾ ਕੰਮ ਕਰ ਗਿਆ ਹੈ। ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਬੀ। ਸੋ ਬੀ, ਹੁਣ ਬੀ ਕਿੰਨੇ ਦੇ ਵਿੱਚ ਆਨਸਰ ਹੈਗਾ ਇਸ ਦੇ ਵਿੱਚ, ਠੀਕ ਹੈ। ਸੋ ਇਸ ਤੋਂ ਬਾਅਦ ਬੀ ਦੇ ਵਿੱਚ ਆਨਸਰ ਪੈਂਦਾ ਹੈ 8 ਅੱਖਰਾਂ ਦਾ, ਠੀਕ ਹੈ। 8 ਕਿਹੜੇ ਹੈ ਇਸ ਤੋਂ ਬਾਅਦ, ਜਿਵੇਂ ਕਿ ਅਸੀਂ ਦੇਖਦੇ ਹਾਂ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈਡ ਏ। ਸੋ ਇੱਥੇ 8 ਅੱਖਰਾਂ ਦਾ ਆਨਸਰ ਪੈ ਗਿਆ ਜਿਹੜਾ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈਡ ਏ। ਸੋ ਇਹ 3 ਅੱਖਰਾਂ ਦਾ 8 ਅੱਖਰਾਂ ਦਾ ਅੰਤਰ ਪੈ ਗਿਆ। ਇਹਦੇ ਅਕੋਰਡਿੰਗ ਜਿਹੜਾ ਇਹ ਆਨਸਰ ਆ ਉਹ ਰਾਈਟ ਹੈ। ਸੋ ਇਹਨੂੰ ਪਹਿਲਾਂ ਤੁਸੀਂ ਪਹਿਲੇ ਨੂੰ ਸੀਕੁਐਂਸ ਵਾਈਜ਼ ਕਰਨਾ, ਫਿਰ ਦੂਸਰੇ ਨੂੰ ਕਰਨਾ ਹੈ। ਅਗਰ ਤੀਸਰੀ ਜਿਹੜੀ ਸੰਖਿਆ ਬਦਲ ਜਾਂਦੀ ਹੈ ਤਾਂ ਉੱਥੇ ਤੁਸੀਂ ਉਸਨੂੰ ਦੁਬਾਰਾ ਤੋਂ ਕਾਊਂਟ ਕਰਨਾ, ਉਹਦੇ ਅਕੋਰਡਿੰਗ ਉਸਨੂੰ ਜਿਹੜਾ ਕ੍ਰੀਏਟ ਕਰਨਾ, ਠੀਕ ਹੈ। ਨੈਕਸਟ ਹੈ 17 ਨੰਬਰ, ਐਕਸ ਵਾਈ ਜ਼ੈਡ ਸੀ ਬੀ ਏ ਯੂ ਐਮ ਯੂ ਵੀ ਡਬਲਯੂ ਔਰ ਐਫ ਈ ਡੀ। ਸੋ ਇਸ ਨੂੰ ਅਸੀਂ ਸੀਕੁਐਂਸ ਵਾਈਜ਼ ਕਰਨਾ ਹੈ। ਆਪਸ਼ਨ 1 ਹੈ ਜੀ ਐਚ ਆਈ ਬਣੂਗਾ, ਆਪਸ਼ਨ 2 ਹੈ ਐਚ ਆਈ ਜੇ ਬਣੂਗਾ, ਆਪਸ਼ਨ 3 ਹੈ ਐਸ ਟੀ ਯੂ ਬਣੂਗਾ, ਆਪਸ਼ਨ 4 ਹੈ ਆਰ ਐਸ ਟੀ ਬਣੂਗਾ। ਤਾਂ ਰਾਈਟ ਆਨਸਰ ਇਸ ਦਾ ਡੀ ਆਨਸਰ ਹੈ। ਸੋ ਇਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਕਿ ਏ ਬੀ ਸੀ ਜਿਹੜੀ ਆਪਣੀ ਕਾਪੀ ਦੇ ਉੱਪਰ ਲਿਖ ਲਓ। ਇਹਨੂੰ ਇਹ ਜਿਹੜੇ ਕੁਐਸਚਨ ਹੋਣਗੇ ਏ ਬੀ ਸੀ ਨੂੰ ਪੂਰਾ ਪਹਿਲਾਂ ਸਿੱਧਾ ਲਿਖ ਲਓ, ਠੀਕ ਹੈ, ਵਾਧੇ ਕ੍ਰਮ ਦੇ ਵਿੱਚ ਲਿਖ ਲਵੋ ਔਰ ਉਸ ਤੋਂ ਬਾਅਦ ਉਹਨੂੰ ਤੁਸੀਂ ਯਾਨੀ ਕਿ ਪਹਿਲਾਂ ਏ ਟੂ ਜ਼ੈਡ ਲਿਖ ਲਿਓ, ਫਿਰ ਇਸ ਤੋਂ ਬਾਅਦ ਉਸਨੂੰ ਜ਼ੈਡ ਟੂ ਏ ਲਿਖ ਲਓ। ਇਹਦੇ ਅਕੋਰਡਿੰਗ ਤੁਸੀਂ ਜਿਹੜਾ ਕੰਮ ਕਰਨਾ ਹੋਊਗਾ, ਠੀਕ ਹੈ, ਇਸੇ ਦੇ ਅਕੋਰਡਿੰਗ, ਠੀਕ ਹੈ, ਫਿਰ ਹੀ ਤੁਸੀਂ ਇਸ ਨੂੰ ਜਿਹੜਾ ਸਹੀ ਸੋਲਵ ਕਰ ਸਕਦੇ ਹੋ। ਮੀਨਜ਼ ਕਿ ਇਸ ਨੂੰ ਤੁਸੀਂ ਜ਼ੈਡ ਤੋਂ ਬਾਅਦ ਵਾਈ ਐਕਸ ਵਾਈ, ਠੀਕ ਆ, ਉਲਟੇ ਕ੍ਰਮ ਦੇ ਵਿੱਚ ਲਿਖ ਲੈਣਾ, ਪਹਿਲਾਂ ਸਿੱਧੇ ਕ੍ਰਮ ਦੇ ਵਿੱਚ ਫਿਰ ਉਲਟੇ ਕ੍ਰਮ ਦੇ ਵਿੱਚ ਲਿਖਣਾ। ਇਹਦੇ ਅਕੋਰਡਿੰਗ ਜਿਹੜਾ ਉਹ ਆਨਸਰ ਤੁਹਾਡਾ ਬਣੂਗਾ। ਚਰਾਂ ਦਾ ਹੁਣ ਇਹਨੂੰ ਆਪਾਂ ਮਿਲਾ ਕੇ ਦੇਖਦੇ ਹੈਗੇ ਹਾਂ ਕਿ ਅਗਰ ਪਹਿਲੀ ਲਾਈਨ ਹੈ ਜੋ ਐਕਸ ਵਾਈ ਜ਼ੈਡ, ਠੀਕ ਹੈ, ਅਗਰ ਤੁਸੀਂ ਕਾਪੀ ਦੇ ਉੱਪਰ ਇਹ ਚੀਜ਼ ਨੋਟ ਕਰ ਲੈਤੀ ਹੈ ਕਿਉਂਕਿ ਜ਼ਿਆਦਾ ਏ ਬੀ ਸੀ ਮੈਂ ਨਹੀਂ ਲਿਖ ਸਕੂੰ ਇਹਦੇ ਉੱਪਰ, ਹੈ ਨਾ, ਤਾਂ ਤੁਸੀਂ ਦੇਖੋਗੇ ਕਿ ਇਹ ਲਾਈਨ ਹੈ ਜਿਹੜੀ ਉਹ ਲਾਸਟ ਦੇ ਵਿੱਚ ਆ ਜਾਊਗੀ, ਹੈ ਨਾ, ਐਸ ਟੀ ਯੂ ਆਰ ਵੀ ਐਕਸ ਵਾਈ ਜ਼ੈਡ। ਸੋ ਇਹ ਉਲਟੇ ਕ੍ਰਮ ਦੇ ਵਿੱਚ ਨਹੀਂ ਹੈ, ਸਿੱਧੇ ਕ੍ਰਮ ਦੇ ਵਿੱਚ ਕੰਮ ਕਰ ਰਿਹਾ ਸੀਗਾ ਪਹਿਲਾ ਸੀਕੁਐਂਸ, ਠੀਕ ਹੈ। ਦੂਸਰਾ, ਹੁਣ ਆਪਾਂ ਨੂੰ ਪਤਾ ਹੈ ਕਿ ਸੀ ਵੀ ਨਹੀਂ ਹੁੰਦਾ, ਏ ਬੀ ਸੀ ਹੁੰਦਾ, ਹੈ ਨਾ। ਸੋ ਇਹ ਕੀ ਹੈ, ਇਹ ਉਲਟੇ ਦੇ ਕ੍ਰਮ ਦੇ ਕੰਮ ਕਰਨ ਲੱਗ ਗਈ, ਯਾਨੀ ਕਿ ਪਹਿਲਾਂ ਪਿੱਛੋਂ ਤੋਂ ਚੱਲਾਂਗੇ ਏ ਬੀ, ਸੌਰੀ ਜਿਵੇਂ ਕਿ ਏ ਬੀ ਸੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਕੰਮ ਕਰ ਰਹੀ। ਪਹਿਲੇ ਸੀਕੁਐਂਸ ਵਾਈਜ਼ ਦੇ ਵਿੱਚ ਅਸੀਂ ਦੇਖਿਆ ਕਿ ਸਹੀ ਕੰਮ ਕਰ ਰਿਹਾ ਸੀ, ਦੂਸਰੇ ਦੇ ਵਿੱਚ ਕੀ ਆ ਗਿਆ, ਫਰਕ ਪੈ ਗਿਆ। ਹੁਣ ਉਲਟੇ ਕ੍ਰਮ ਦੇ ਵਿੱਚ ਕੰਮ ਚੱਲ ਰਿਹਾ ਹੈਗਾ। ਹੁਣ ਪਿੱਛੇ ਤੋਂ ਚੱਲੀ ਹੈ ਏ ਆ ਰਹੀ ਹੈ ਪਹਿਲਾਂ, ਠੀਕ ਹੈ, ਏ ਫਿਰ ਬੀ ਫਿਰ ਸੀ। ਇਸ ਦੇ ਵਿੱਚ ਕੀ ਸੀਗਾ, ਇਹ ਸੀਕੁਐਂਸ ਐਕਸ ਵਾਈ ਜ਼ੈਡ ਆ ਰਿਹਾ ਸੀਗਾ, ਓਕੇ, ਇਹ ਸਹੀ ਹੋ ਗਿਆ। ਹੁਣ ਇਸ ਤੋਂ ਬਾਅਦ ਦੂਸਰੇ ਸੀਕੁਐਂਸ ਵਾਈਜ਼ ਨੂੰ ਲਵਾਂਗੇ। ਸੋ ਦੂਸਰੇ ਦੇ ਵਿੱਚ ਕੀ ਹੈ ਕਿ ਇਸ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਯੂ ਡਬਲਯੂ ਵੀ। ਸੋ ਇਹ ਵੀ ਕੀ ਹੈ, ਸੀਕੁਐਂਸ ਵਾਈਜ਼ ਕੰਮ ਕਰ ਰਹੀ ਹੈ, ਸਿੱਧੇ ਕ੍ਰਮ ਦੇ ਵਿੱਚ ਕੰਮ ਕਰ ਰਹੀ ਹੈਗੀ ਆ। ਹੁਣ ਇਸ ਤੋਂ ਬਾਅਦ ਅਸੀਂ ਕਰਾਂਗੇ ਐਫ ਈ ਡੀ। ਸੋ ਇਹ ਕੀ ਹੈ, ਇਹ ਉਲਟੇ ਕ੍ਰਮ ਦੇ ਵਿੱਚ ਕੰਮ ਕਰ ਰਹੀ ਹੈਗੀ ਹੈ ਤੇ ਅਸੀਂ ਉਲਟੇ ਏ ਬੀ ਸੀ ਦੀ ਕੰਮ ਕਰਾਂਗੇ, ਅਕੋਰਡਿੰਗ ਦੇਖਾਂਗੇ ਨਾ। ਫਿਰ ਇਸ ਤੋਂ ਬਾਅਦ ਤੀਸਰੀ ਜਿਹੜੀ ਹੁਣ ਦੋ ਸੀਕੁਐਂਸ ਨੇ, ਪਹਿਲਾਂ ਸਿੱਧੇ ਕ੍ਰਮ 'ਚ ਆਉਂਦੀ ਹੈ, ਫਿਰ ਉਲਟੇ ਕ੍ਰਮ ਦੇ ਵਿੱਚ ਆਉਂਦੀ ਹੈ, ਫਿਰ ਸਿੱਧੇ 'ਚ ਆਉਂਦੀ ਹੈ, ਫਿਰ ਉਲਟੇ ਕ੍ਰਮ ਦੇ ਵਿੱਚ ਆਉਂਦੀ ਆ। ਹੁਣ ਇੱਥੇ ਦੋ ਇਹ ਹੋ ਗਿਆ। ਇਸ ਤੋਂ ਬਾਅਦ ਪੰਜਵਾਂ ਜਿਹੜਾ ਸੀਕੁਐਂਸ ਬਣਦਾ ਹੈ ਉਹ ਕੀ ਬਣਦਾ ਹੈ, ਸਿੱਧੇ ਦੇ ਅਕੋਰਡਿੰਗ ਬਣਦਾ ਹੈ। ਤਾਂ ਸਿੱਧੇ ਦੇ ਅਕੋਰਡਿੰਗ ਇੱਥੇ ਕਿਹੜਾ ਹੈ, ਜੀ ਸੌਰੀ ਇੱਥੇ ਬਣਦਾ ਹੈ ਆਰ ਐਸ ਟੀ। ਇਹ ਸੀਕੁਐਂਸ ਵਾਈਜ਼ ਸਹੀ ਹੈ ਇੱਥੇ, ਠੀਕ ਹੈ, ਯਾਨੀ ਕਿ ਸਹੀ ਇਹਨਾਂ ਦੇ ਵਿੱਚੋਂ ਜਿਹੜਾ ਆ ਰਿਹਾ ਹੈਗਾ ਗਾ, ਓਕੇ, ਆਰ ਐਸ ਟੀ, ਓਕੇ। नेक्स्ट है 18 नंबर, AAZ BB बाई CC, ठीक है। इसे देखते हैं कि ए दो बारी आया, फिर Z आया, फिर इस तो बाद B भी आया है, फिर बाई आया, फिर डबल C आया, फिर देखते हैं क्या होता है। ऑप्शन 1 है बाई, ऑप्शन 2 है D, ऑप्शन 3 है Z ਅਤੇ ऑप्शन 4 है X। राइट आंसर ਹੋਊਗਾ ਇਹਦਾ X। ਕਿਵੇਂ ਆਊਗਾ, तो ਪਹਿਲਾਂ ਦੇਖਦੇ ਹਾਂ ਅਸੀਂ ਦੋ ਵਾਰੀ A ਆਇਆ ਹੈ और उस तो बाद Z आया है, फिर इस तो बाद फिर B भी आया है, ठीक है, ये सीक्वेंस वाइज। फिर इस तो बाद
वाई है। हुण की है, ये तो ए हो गया और ये बी भी हो गया। हुण ये पिछे तो चल रहा है Z तो वाई, यानी कि घटदे क्रम ਦੇ ਵਿੱਚ है। ठीक है, ਅਸੀਂ ਇਸਨੂੰ ਦੇਖਾਂਗੇ Z Y X W, ये इस तरीके ਦੇ ਨਾਲ ਕੰਮ ਕਰ ਰਿਹਾ है। ठीक है, तीसरे ਦੇ ਵਿੱਚ ਪਹਿਲਾਂ ਇਹ ਆ ਗਿਆ, ਫਿਰ B भी आ गया और C आ गया, और इस तो बाद Z Y, ठीक है, और इस तो बाद ਕੀ ਆਊਗਾ X थर्ड नंबर ਦੇ। ਇਹ ਉਲਟੇ क्रम ਦੇ ਵਿੱਚ ਹੈ, दूसरा सीधे क्रम ਦੇ ਵਿੱਚ ਹੈ। ਇਹਦੇ ਅਕੋਰਡਿੰਗ ਇਹ आंसर D ਬਣ ਜਾਣਾ है। ठीक है, नेक्स्ट है 19 नंबर BEHKNQTWZ क्वेश्चन मार्क तीसरा। सो इसका राइट आंसर किहड़ा है? सो ऑप्शन 1 है CFI और ऑप्शन 3 है 2 है DGH, ऑप्शन 3 है PRS ਅਤੇ ऑप्शन 4 है FIZ। ਤਾਂ ਇਹ ਕਿਵੇਂ ਕੰਮ ਕਰਦਾ ਹੈ? ਇਹਦਾ ਰਾਈਟ ਆਂਸਰ ਜਿਹੜਾ ਉਹ CFI ਬਣੂਗਾ। ਠੀਕ ਹੈ, ਹੁਣ ਇੱਥੇ ਕੀ ਦੇਖਣਾ ਅਸੀਂ ਕਿ B ਦੇ ਜਿਹੜੇ ਅਗਲੇ ਅੱਖਰ ਹੈਗੇ, ਠੀਕ ਹੈ, ਉਹਨਾਂ ਦੇ ਵਿੱਚ ਦੇਖਦੇ ਹਾਂ ਅਸੀਂ ਦੋ ਅੱਖਰਾਂ ਦਾ ਫਰਕ ਹੈ। B ਤੋਂ ਬਾਅਦ ਕੀ ਆਊਗਾ? E ਆਇਆ ਹੈ। ਠੀਕ ਹੈ, ਹੁਣ E B ਔਰ E ਦੇ ਵਿਚਕਾਰ ਕੀ ਹੁੰਦਾ ਹੈ? C ਔਰ D, ਯਾਨੀ ਕਿ ਦੋ ਅੱਖਰ ਹੈ ਜਿਹੜੇ ਉਹਨਾਂ ਦਾ ਡਿਫਰੈਂਸ ਆ ਗਿਆ। ਠੀਕ ਹੈ, ਇਹ ਤੋਂ ਬਾਅਦ ਕੀ ਆਇਆ ਹੈ? H ਆਇਆ ਹੈ। ਹੁਣ E ਔਰ H ਦੇ ਵਿਚਕਾਰ ਕੀ ਕੁਛ ਹੁੰਦਾ ਹੈ? ਠੀਕ ਹੈ, EH, ਇਹਦੇ ਲਈ ਤੁਸੀਂ ਕਾਪੀ ਦੇ ਉੱਪਰ ਲਿਖਣਾ ਜ਼ਰੂਰੀ ਹੈ ਤੁਹਾਡੇ ਲਈ, ਤਾਂ ਹੀ ਤੁਸੀਂ ਇਸਨੂੰ ਜਿਹੜਾ ਕਹਿ ਸਕਦੇ ਹੋ ਸੋਲਵ ਕਰ ਸਕਦੇ ਹੈਗੇ ਹੋ। ਠੀਕ ਹੈ, ਹੁਣ E ਤੋਂ ਬਾਅਦ H ਆਇਆ ਹੈ, ਕਿੰਨੇ ਨੰਬਰ ਤੇ ਆਉਂਦਾ ਹੈ? E ਤੋਂ ਬਾਅਦ FGH। ਠੀਕ ਹੈ, ਯਾਨੀ ਕਿ ਹੁਣ ਇੱਥੇ ਲਿਖਾਂਗੇ ਅਸੀਂ E ਤੋਂ ਬਾਅਦ FG, ਤੇ ਇੱਥੇ ਕਿੰਨਾ ਫਰਕ ਹੈ? 2 ਦਾ। ਠੀਕ ਹੈ, ਹੁਣ ਇਹ ਸਾਰੇ ਜਿਹੜੇ ਸੀਕੁਐਂਸ ਵਾਈਜ਼ ਨੇ ਉਸ ਦੇ ਅਕੋਰਡਿੰਗ ਕੰਮ ਕਰਨਗੇ। ਸੋ ਪਹਿਲੇ ਦੇ ਵਿੱਚ ਅਸੀਂ ਦੇਖਦੇ ਹਾਂ ਦੋ ਅੱਖਰਾਂ ਦਾ ਫਰਕ ਹੈ, ਇਸ ਦੇ ਵਿੱਚ ਵੀ ਹੈ। K ਤੋਂ ਬਾਅਦ ਕੀ ਆਉਂਦਾ ਹੈ? LM, 2 ਦਾ ਫਰਕ ਆ ਗਿਆ, ਔਰ ਇਸ ਤੋਂ ਬਾਅਦ N ਆ ਜਾਂਦੀ ਹੈਗੀ ਹੈ। ਤੀਸਰੇ ਦੇ ਵਿੱਚ ਅਸੀਂ ਦੇਖਦੇ ਹਾਂ T ਦੇ ਵਿੱਚ 2 ਦਾ ਫਰਕ ਪਾ ਕੇ TUV, V ਤੋਂ ਬਾਅਦ W ਤੋਂ ਬਾਅਦ ਅਸੀਂ 2 ਦੀ ਗੱਲ ਕਰੀਏ ਤਾਂ XYZ ਜਿਹੜਾ ਇਸ ਦੇ ਵਿੱਚ ਆ ਜਾਂਦਾ ਹੈ। ਠੀਕ ਹੈ, 2 ਦੀ। ਹੁਣ ਜਿਹੜਾ ਤੀਸਰਾ ਸੀਕੁਐਂਸ ਵਾਈਜ਼ ਹੋਣਾ ਚਾਹੀਦਾ ਹੈ ਚੌਥਾ, ਸੋ ਇਹਨਾਂ ਵਿੱਚੋਂ ਲਵਾਂਗੇ ਜਿਹਦੇ ਵਿੱਚ ਇਹ ਸੀਕੁਐਂਸ ਵਾਈਜ਼ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਹੋਵੇ, ਤਾਂ ਉਹ ਹੈ C। ਠੀਕ ਹੈ, C ਤੋਂ ਬਾਅਦ DE। ਠੀਕ ਹੈ, ਤਾਂ ਦੋ ਅੱਖਰਾਂ ਦਾ ਫਰਕ ਪੈ ਗਿਆ ਇੱਥੇ, ਤਾਂ ਤੀਸਰੀ ਬਣ ਗਈ ਹੈ F। ਇਸ ਤੋਂ ਬਾਅਦ ਅਸੀਂ ਫਿਰ ਦੋ ਅੱਖਰਾਂ ਦਾ ਫਰਕ ਲਵਾਂਗੇ। F ਤੋਂ ਬਾਅਦ ਕੀ ਬਣੂਗਾ? G ਔਰ H, ਇਹ ਦੋ ਅੱਖਰ ਹੈ, ਔਰ ਇਸ ਤੋਂ ਬਾਅਦ ਕੀ ਆ ਜਾਂਦਾ ਹੈ? I। ਠੀਕ ਹੈ, ਇਸ ਤਰੀਕੇ ਦੇ ਨਾਲ ਇਹ ਵਰਕ ਕਰਦਾ ਹੈ। ਦੋ ਦਾ ਜਿਹੜਾ ਇੱਥੇ ਫਰਕ ਸੀ ਉਹਦੇ ਅਕੋਰਡਿੰਗ ਅਸੀਂ ਇਸਨੂੰ ਜਿਹੜਾ ਕਲੈਕਟ ਕੀਤਾ ਹੈ। ਨੈਕਸਟ ਹੈ B ਨੰਬਰ। ਸੋ ADIP, ਠੀਕ ਹੈ, ਕੁਐਸਚਨ ਮਾਰਕ। ਸੋ ਇਸ ਦੇ ਅਕੋਰਡਿੰਗ ਇਹਦਾ ਆਂਸਰ ਕੀ ਬਣਦਾ ਹੈ? ਸੋ ਇਹੋ ਜਿਹੇ ਕੁਐਸਚਨ ਟਫ ਹੁੰਦੇ ਨੇ। ਸੋ ਪਿਛਲੇ ਜਿਹੜੇ ਕੈਸ ਥੋੜਾ ਈਜ਼ੀ, ਉਹਦੇ ਵਿੱਚ ਸੀਕੁਐਂਸ ਵਾਈਜ਼ ਸਾਨੂੰ ਪਤਾ ਲੱਗ ਜਾਂਦਾ ਹੈਗਾ ਨਾ, ਬਟ ਇੱਥੇ ਸਾਨੂੰ ਥੋੜਾ ਜਿਹਾ ਮੈਥ ਤੋਂ ਕੰਮ ਲੈਣਾ ਪਊਗਾ। ਕਿਵੇਂ? ਸੋ ਰਾਈਟ ਆਂਸਰ ਦਾ S ਆਊਗਾ ਜਾਂ R ਆਊਗਾ ਜਾਂ ਫਿਰ Y ਆਊਗਾ ਜਾਂ X ਆਊਗਾ। ਤਾਂ ਰਾਈਟ ਆਂਸਰ ਦਾ Y ਹੈ। ਕਿਵੇਂ ਆਉਂਦਾ ਹੈ Y? ਇਸ ਚੀਜ਼ ਨੂੰ ਸਮਝਦੇ ਹਾਂ। ਸੋ ਇਹ ਇਕੱਲੇ ਹੈ ਨਾ, ਸੋ ਇੱਥੇ ਥੋੜਾ ਜਿਹਾ ਕਨਫਿਊਜ਼ਨ ਹੁੰਦੀ ਹੈ ਕਈ ਵਾਰ। ਦੂਜੇ 3 ਵਾਲੇ ਜਿਹੜੇ ਉਹਦੇ ਵਿੱਚ ਸਮਝ ਲੱਗ ਜਾਂਦੀ ਹੈ ਕਿ ਕੀ ਸੀਕੁਐਂਸ ਚੱਲਦਾ ਹੈ ਨਾ। ਸੋ ਇੱਥੇ ਸਮਝਣ ਦੇ ਲਈ ਸਾਨੂੰ ABC ਪੂਰੀ ਲਿਖਣੀ ਪਊ, ਉਸ ਦੇ ਨਾਲ ਹੀ ਸਾਨੂੰ ਇੱਕ ਨਾਲ ਉਸਦੀ ਨੰਬਰਿੰਗ ਵੀ ਲਿਖਣੀ ਪਊਗੀ, ਕਿੰਨੇ ਨੰਬਰ ਦੇ ਉੱਪਰ ਕੀ ਹੈਗਾ ਹੈ ਨਾ। ਸੋ ਅਸੀਂ ਪਹਿਲਾਂ A ਨੂੰ ਲੈਂਦੇ ਹਾਂ। ਸੋ A ਹੈ ਜਿਹੜਾ, ਉਹਦਾ ਕਰਮ ਜਿਹੜਾ ਹੈ ਉਹ ਪਹਿਲਾ ਹੈ ABC ਦੇ ਵਿੱਚ। ਜਦੋਂ ਤੁਸੀਂ ਸਾਰੀ ABC ਲਿਖ ਲਈ, ਉਹਦੇ ਉੱਪਰ ਤੁਸੀਂ ਆਪਣੇ ਜਿਹੜੇ ਅਕਸ਼ਰ ਵੀ ਲਿਖਣੇ ਕਿ ਇੰਨੇ ਨੰਬਰ ਦੇ ਉੱਪਰ A ਵਾਲਾ ਅੱਖਰ ਹੈਗਾ। ਠੀਕ ਹੈ, ਹੁਣ ਅਸੀਂ D ਦਾ ਲੈਂਦੇ ਹਾਂ। ਸੋ D ਜਿਹੜੀ ਆਉਂਦੀ ਹੈਗੀ ਆ ਉਹ 4 ਨੰਬਰ ਦੇ ਉੱਪਰ ਆਉਂਦੀ ਹੈਗੀ ਆ। A B C ਔਰ D, 1 ਤੇ ਆ ਗਈ, D 4 ਤੇ ਆ ਗਈ। ਠੀਕ ਹੈ, ਹੁਣ ਇਸ ਤੋਂ ਬਾਅਦ ਕੀ ਆ ਗਿਆ? I ਆ ਗਿਆ। I ਕਿੰਨੇ ਨੰਬਰ ਦੇ ਉੱਪਰ ਹੈ? 9 ਦੇ ਉੱਪਰ ਹੈ। ਠੀਕ ਹੈ, ਇਸ ਤੋਂ ਬਾਅਦ ਆ ਜਾਂਦਾ ਹੈ P। ਸੋ P ਕਿੰਨੇ ਨੰਬਰ ਦੇ ਉੱਪਰ ਹੋਊਗੀ ABC ਦੇ ਵਿੱਚ? 16 ਨੰਬਰ ਦੇ ਉੱਪਰ ਹੋਊਗੀ। ਤਾਂ ਹੁਣ ਇੱਥੇ ਤੁਸੀਂ ਕੀ ਕਰਨਾ ਹੈ? ਇਸ ਨੂੰ ਕੈਲਕੂਲੇਟ ਕਰਨਾ ਹੈ, ਮੈਥ ਦਾ ਇਸਤੇਮਾਲ ਕਰਨਾ ਇੱਥੇ। ਕਿਵੇਂ ਕਰਨਾ ਹੈ? ਸੋ 1 ਗੁਣਾ 1, ਇਹ A ਹੋ ਗਿਆ। ਠੀਕ ਹੈ, ਯਾਨੀ ਕਿ 1 ਨੰਬਰ ਆ ਜਾਊਗਾ ਇੱਥੇ। 2 4 ਬਣਦਾ ਇੱਥੇ ਹੈ ਨਾ, ਸੋ 4 ਨੂੰ ਕੀ ਬਣਾਵਾਂਗੇ ਅਸੀਂ? 2 ਗੁਣਾ 4, 2 ਦੂਣੀ 4 ਹੈ ਨਾ, ਸੋ ਇੱਥੇ 4 ਆ ਜਾਊਗਾ, ਇਹ D ਦੇ ਵਿਚਕਾਰ ਆ ਜਾਊਗਾ। ਇਸ ਤੋਂ ਬਾਅਦ ਹੈ 9। ਠੀਕ ਹੈ, 9 ਕਿਵੇਂ ਬਣਿਆ ਹੈ? ਤੀਓ 9, ਇਹ ਕਿੰਨੇ ਤੇ ਆ ਗਿਆ ਹੈ? I ਤੇ। ਠੀਕ ਹੈ, ਅੱਗੇ ਆ ਗਿਆ 16। ਸੋ 16 ਕਿਵੇਂ ਹੁੰਦਾ ਹੈ? ਚੌਕੀ 16। ਠੀਕ ਹੈ, 16 ਕਿੰਨੇ ਤੇ ਆ ਗਿਆ ਹੈ? P ਤੇ ਆ ਗਿਆ ਹੈ। ਹੁਣ ਸੀਕੁਐਂਸ ਵਾਈਜ਼ ਚੱਲਦਾ ਸੀ ਕਿਵੇਂ? 1 2 3 4। ਠੀਕ ਹੈ, ਹੁਣ ਅੱਗੇ ਇੱਕ ਅਗਲਾ ਅੱਖਰ ਆਊਗਾ, ਉਹਦੇ ਅਕੋਰਡਿੰਗ ਹੀ ਆਂਸਰ ਬਣੂਗਾ। ਕੀ ਆਵੇਗਾ ਕਿ 5 × 5 = 25 ਹੁੰਦੇ ਹੈਗੇ ਆ। ਠੀਕ ਹੈ, 5 × 5 = 25 ਹੁੰਦੇ, ਤਾਂ 5 × 25 ਨੰਬਰ ਦੇ ਉੱਪਰ ਕਿਹੜਾ ਅੱਖਰ ਆਉਂਦਾ ਇਹਨਾਂ ਦੇ ਵਿੱਚੋਂ? Y ਆਉਂਦਾ ਹੈ। ਠੀਕ ਹੈ, ਇਸ ਦੇ ਅਕੋਰਡਿੰਗ ਇਹਦਾ ਆਂਸਰ ਜਿਹੜਾ ਬਣੂਗਾ ਉਹ Y ਬਣੂਗਾ। ਸੋ ਇਹ ਤੁਹਾਨੂੰ ABC ਦੇ ਉੱਪਰ ਮੈਂਸ਼ਨ ਕਰਨਾ ਪਊਗਾ, ਉੱਥੋਂ ਤੁਸੀਂ ਇਹਨੂੰ ਜਿਹੜਾ ਸੌਖੇ ਤਰੀਕੇ ਨਾਲ ਸੋਲਿਊਸ਼ਨ ਕਰ ਸਕਦੇ ਹੈਗੇ। ਓਕੇ,
ਸੋ ਥੈਂਕ ਯੂ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਕੁਐਸਚਨ, ਸੋ ਆਸ ਕਰਦਾ ਕਿ ਕਾਫੀ ਹੈਲਪ ਹੋ ਰਿਹਾ ਹੋਊਗਾ ਤੁਹਾਡੇ ਲਈ ਇਹ ਸੈਸ਼ਨ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਔਰ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।